ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਸਾਡੇ ਅੰਦਰ ਜੋ ਅਗਿਆਨਤਾ ਵਸ ਹੋ ਕੇ ਅਸੀਂ ਦੁੱਖ ਪੈਦਾ ਕਰ ਲੈਂਦੇ, ਸਾਡੇ ਦੁੱਖ ਭਰਮ ਸਾਰੇ ਖਤਮ ਹੋ ਜਾਂਦੇ, ਅਸੀਂ ਸੁਖੀ ਹੋ ਜਾਂਦੇ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਅਸੀਂ ਭਾਣੇ ਦੇ ਵਿੱਚ ਆ ਜਾਈਏ, ਹੁਕਮ ਦੇ ਵਿੱਚ ਆ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਅੰਤਰੋਂ ਦੁੱਖ ਭਰਮ ਕੱਟੀਏ। ਬਈ ਸਾਡੇ ਅੰਦਰ ਜਿਹੜੇ ਦੁੱਖ ਭਰਮ ਨੇ ਉਹ ਕੱਟੇ ਜਾਂਦੇ, ਸਦਾ ਸੁੱਖ ਹੋਈ। ਗੁਰ ਕੇ ਭਾਣੇ ਜੋ ਚੱਲੇ, ਦੁੱਖ ਨਾ ਪਾਵੇ ਕੋਈ। ਬਈ ਜੇ ਅਸੀਂ ਭਾਣੇ ਵਿੱਚ ਆ ਜਾਈਏ, ਜਿਹੜਾ ਗੁਰਸਿੱਖ ਭਾਣੇ 'ਚ ਉਹਨੂੰ ਕਦੇ ਦੁੱਖ ਨਹੀਂ ਲੱਗਦਾ, ਉਹਦਾ ਮਨ ਕਦੇ ਦੁਖੀ ਨਹੀਂ ਹੁੰਦਾ। ਹੁਣ ਦੁਖੀ ਕਦੋਂ ਨੇ? ਜਦੋਂ ਅਸੀਂ ਭਾਣੇ ਵਿੱਚ ਨਹੀਂ ਆਉਂਦੇ, ਜਦੋਂ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਫਿਰ ਸਾਡੇ ਅੰਦਰ ਦੁੱਖ। ਦੁੱਖ ਦਾ ਕਾਰਨ ਕੀ ਹੈ? ਵਿਚਾਰ। ਵਿਚਾਰਾਂ ਕਰਕੇ ਅਸੀਂ ਦੁਖੀ। ਜਿਹੜੇ ਸਾਡੇ ਅੰਦਰ ਇਹ ਵਿਚਾਰ ਚੱਲਦੇ, ਵਿਚਾਰਾਂ ਦੇ ਵਿੱਚ ਹੀ ਦੁੱਖ ਸੁੱਖ ਹੈ, ਵਿਚਾਰਾਂ ਦੇ ਵਿੱਚ ਹੀ ਪਾਪ ਪੁੰਨ ਨੇ, ਵਿਚਾਰਾਂ ਦੇ ਵਿੱਚ ਹੀ ਇਹ ਸਾਰਾ ਲੜਾਈਆਂ ਝਗੜੇ ਨੇ, ਸਾਰਾ ਖੇਲ ਹੀ ਇੱਧਰ ਵਿਚਾਰਾਂ ਦਾ। ਹੁਣ ਜੇ ਅਸੀਂ ਵਿਚਾਰਾਂ ਤੋਂ ਉੱਪਰ ਉੱਠ ਜਾਂਦੇ, ਫਿਰ ਅਸੀਂ ਇਹ ਪਾਪ ਪੁੰਨ ਤੋਂ ਉੱਪਰ ਚਲੇ ਜਾਂਦੇ, ਦੁੱਖਾਂ ਸੁੱਖਾਂ ਤੋਂ ਉੱਪਰ ਚਲੇ ਜਾਂਦੇ ਹਾਂ ਸੰਸਾਰ ਦੇ ਵਿੱਚ। ਅੱਗੇ ਸਾਰਾ ਕੁਛ ਵਿਚਾਰਾਂ 'ਚ ਲੱਗਦਾ ਅਤੇ ਆਪਾਂ ਵਿਚਾਰਾਂ ਤੋਂ ਉੱਪਰ ਚਲੇ ਗਏ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਇਹ ਵਿਚਾਰਾਂ ਨੂੰ ਹੀ ਮਾਰੋ। ਜੇ ਅਸੀਂ ਆਪਣੇ ਵਿਚਾਰ ਮਾਰ ਲਾਂਗੇ, ਅਸੀਂ ਆਪ ਵੀ ਤਰ ਜਾਂਗੇ। ਜਿਹੜੇ ਸਾਡੇ ਸੰਗੀ ਸਾਥੀ
ਨਾਲ ਅਸੀਂ ਉਹਨਾਂ ਨੂੰ ਵੀ ਤਾਰ ਸਕਦੇ ਹਾਂ, ਅਤੇ ਦੁਬਾਰਾ ਉਲਟ ਕੇ ਵਾਪਸ ਅਸੀਂ ਵਾਪਸ ਜੂਨਾਂ 'ਚ ਨਹੀਂ ਆਵਾਂਗੇ। ਮਹਾਰਾਜ ਫਰਮਾਉਂਦੇ ਨੇ, ਵਿਚਾਰ ਮਾਰੀ ਤਾਰੇ ਤਾਰੇ ਉਲਟ ਜੂਨ ਨਾ ਆਵੇ। ਬਈ ਦੁਬਾਰਾ ਉਲਟ ਕੇ ਨਹੀਂ ਅਸੀਂ ਜੂਨਾਂ ਚਾਹਾਂਗੇ, ਵਿਚਾਰਾਂ ਨੂੰ ਮਾਰ। ਹੁਣ ਇਹ ਵਿਚਾਰ ਸਾਡੇ ਨੇ ਅਤੇ ਮਾਰਨੇ ਵੀ ਸਾਨੂੰ ਹੀ ਪੈਣ। ਹੁਣ ਗੁਰਮੁਖਾਂ ਨੇ ਸਾਨੂੰ ਵਿਧੀ ਜੁਗਤੀ ਤਰੀਕਾ ਦੱਸ ਦੇਣਾ ਵੀ ਆਹ ਵਿਧੀ ਦੁਬਾਰਾ ਸਿਮਰਨ ਕਰੋ। ਹੁਣ ਵਿਚਾਰ ਅਸੀਂ ਹੀ ਖਤਮ ਕਰਨੇ। ਹੁਣ ਜਿਵੇਂ ਆਮ ਜੀਵ ਕਹਿ ਦਿੰਦਾ ਵੀ ਵਿਚਾਰ ਨਹੀਂ ਰੁਕਦੇ ਜੀ, ਹੁਣ ਇਹ ਵਿਚਾਰ ਸਾਡੇ ਕਾਹਤੋਂ ਨਹੀਂ ਰੁਕਦੇ, ਇਹਦਾ ਕੀ ਕਾਰਨ ਹੈ, ਕਿਉਂ ਨਹੀਂ ਰੁਕ ਰਹੇ? ਸਾਡੇ ਵਿਚਾਰ ਉਦੋਂ ਨਹੀਂ ਰੁਕਦੇ ਜਦੋਂ ਅਸੀਂ ਆਪਦੀ ਮੱਤ ਵਰਤਦੇ। ਜੇ ਅਸੀਂ ਆਪਦੀ ਮੱਤ ਵਰਤਾਂਗੇ ਵਿਚਾਰ ਰੁਕਣੇ ਹੀ ਨਹੀਂ, ਕੋਈ ਨਾ ਕੋਈ ਵਿਚਾਰ ਸਾਨੂੰ ਤੁਰੇ ਹੀ ਆਉਣ। ਹੁਣ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਆਪਦੀ ਮੱਤ ਨਹੀਂ, ਗੁਰੂ ਦੀ ਮੱਤ ਲੈਣੀ। ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦੇਣੀ ਅਤੇ ਨਾਲ ਨਾਲ ਹੀ ਸਿਮਰਨ ਕਰਾਂਗੇ, ਫਿਰ ਸਾਡਾ ਮਨ ਘਰ ਜਾਏਗਾ ਵਾਪਸ। ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਇਹ ਮਨੂਆ ਕਿਉਂ ਘਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਬਈ ਇਹ ਮਨ ਕਿਵੇਂ ਘਰ ਵਿੱਚ ਵਾਪਸ ਆਵੇ, ਕਿਵੇਂ ਮਨ ਰੁਕੇ ਵਿਚਾਰਾਂ 'ਚ। ਹੁਣ ਉਹਦੇ ਵਾਸਤੇ ਸਾਨੂੰ ਕਹਿੰਦੇ ਗੁਰੂ ਦੀ ਮੱਤ ਲਵੋ। ਇਹਨੂੰ ਗਿਆਨ ਰਤਨ ਗੁਰੂ ਦੀ ਮੱਤ ਜਦੋਂ ਅਸੀਂ ਦੇਵਾਂਗੇ, ਇਹ ਗਿਆਨ ਦਾ ਰੱਸਾ ਇਹਨੂੰ ਪਾਵਾਂਗੇ ਅਤੇ ਫਿਰ ਇਹ ਭੱਜ ਨਹੀਂ ਸਕਦਾ। ਫਿਰ ਇਹਨੂੰ ਗਿਆਨ ਦੁਬਾਰਾ ਬੰਨ੍ਹ ਦਈਦਾ, ਜੇ ਬੰਨ੍ਹਿਆ ਹੋਏਗਾ ਤਾਂ ਭੱਜੇਗਾ। ਹੁਣ ਇਹ ਗਿਆਨ ਵੀ ਸਾਨੂੰ ਗੁਰੂ ਤੋਂ ਬਿਨਾਂ ਹੁੰਦਾ ਨਹੀਂ। ਜੇ ਆਪਦੀ ਮੱਤ ਵਰਤਾਂਗੇ ਤਾਂ ਸਾਨੂੰ ਗਿਆਨ ਵੀ ਨਹੀਂ ਹੁੰਦਾ। ਮਾਰੇ ਤਾਈਓ ਸਾਨੂੰ ਫਰਮਾਉਂਦੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਬਈ ਗਿਆਨ ਦਾ ਬੱਧਾ ਹੋਇਆ ਮਨ ਇੱਕ ਥਾਂ 'ਤੇ ਰੁਕ ਜਾਂਦਾ, ਇਹ ਕਰ ਬੈਠ ਜਾਂਦਾ। ਹੁਣ ਗੁਰੂ ਤੋਂ ਬਿਨਾਂ ਇਹ ਸਾਨੂੰ ਗਿਆਨ ਹੁੰਦਾ ਨਹੀਂ, ਸੋਝੀ ਨਹੀਂ ਆਉਂਦੀ ਆਪਦੇ ਆਪ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤੁਸੀਂ ਥੋੜ੍ਹਾ ਵਿਚਾਰੋ ਤਾਂ ਸਹੀ। ਬਈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਤੁਸੀਂ ਕਾਹਦੇ ਵਾਸਤੇ ਪੜ੍ਹਦੇ ਹੋ? ਜਾਂ ਤੁਸੀਂ ਸਿਮਰਨ ਕਰਦੇ ਹੋ, ਕਾਹਦੇ ਵਾਸਤੇ ਕਰਦੇ? ਜਾਂ ਅਸੀਂ ਗੁਰੂ ਘਰ ਆਉਂਦੇ ਹਾਂ, ਸੇਵਾ ਕਰਦੇ ਹਾਂ, ਕਾਹਦੇ ਵਾਸਤੇ ਕਰਦੇ? ਹੁਣ ਇਹ ਸਾਰਾ ਕੁਛ ਕਰਨ ਦਾ ਮਕਸਦ ਇਹੀ ਹੋਇਆ ਵੀ ਸਾਡਾ ਮਨ ਜਿਹੜਾ ਉਹ ਨਿਰਮਲ ਹੋ ਜੇ, ਮਨ ਧੋਤਾ ਜਾਵੇ ਅਤੇ ਮਨ ਘਰ ਚਲਾ ਜਾਵੇ। ਹੁਣ ਜੇ ਸਾਡਾ ਮਨ ਟਿਕਿਆ ਹੀ ਨਹੀਂ, ਅਸੀਂ ਆਪਦੇ ਘਰ ਗਏ ਨਹੀਂ, ਸਾਡਾ ਘਰ ਹੈ ਸਹਿਜ। ਫਿਰ ਮਹਾਰਾਜ ਕਹਿੰਦੇ, ਤੁਸੀਂ ਕੀ ਪੜ੍ਹਦੇ ਹੋ, ਕੀ ਗਾਉਂਦੇ ਹੋ, ਕੀ ਵੇਦਾਂ ਨੂੰ ਸੁਣਦੇ ਹੋ, ਕੀ ਪੁਰਾਣਾਂ ਨੂੰ ਸੁਣਦੇ? ਤੁਸੀਂ ਆਪਦੇ ਘਰ ਤਾਂ ਗਏ ਨਹੀਂ। ਇਹ ਸਾਰਾ ਕੁਛ ਕਰਨ ਦਾ ਮਕਸਦ ਤਾਂ ਇਹ ਸੀ ਤੁਸੀਂ ਘਰ ਜਾਓ ਆਪਣੇ। ਮਹਾਰਾਜ ਫਰਮਾਉਂਦੇ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਈ ਇਕੱਲਾ ਪੜ੍ਹਨ ਦੇ ਨਾਲ ਜਾਂ ਗਾਉਣ ਦੇ ਨਾਲ ਕੀ ਹੋ ਗਿਆ ਜੇ ਤੁਸੀਂ ਘਰ ਤਾਂ ਗਏ ਨਹੀਂ ਆਪ। ਇਹ ਸਾਰਾ ਕੁਛ ਕਰਨਾ ਤਾਂ ਇਸ ਵਾਸਤੇ ਸੀ ਵੀ ਮਨ ਘਰ ਜਾਵੇ। ਸਾਡੇ ਹਿਰਦੇ ਦੇ ਵਿੱਚ ਸਤਿਗੁਰ ਦਾ ਵਾਸ ਹੋ ਜੀ, ਮਾਲਕ ਦਾ ਵਾਸ ਹੋ ਜੀ। ਔਰ ਇਸੇ ਵਾਸਤੇ ਅਸੀਂ ਇਹ ਆਪਦੀ ਸੁਰਤੀ ਦਾ ਸ਼ਿੰਗਾਰ ਕਰਦੇ। ਜਿਵੇਂ ਆਪਾਂ ਸਾਰੀਆਂ ਨੂੰ, ਸਾਡੀਆਂ ਸੁਰਤੀਆਂ ਨੂੰ ਇਸਤਰੀ ਦਾ ਨਾਮ ਦਿੱਤਾ ਅਤੇ ਪਰਮਾਤਮਾ ਨੂੰ ਪੁਰਖ ਆਖੀ। ਪੁਰਖ ਇੱਕੋ ਹੀ ਹੈ, ਅਸੀਂ ਸਾਰੀਆਂ ਉਸ ਇੱਕੋ ਪੁਰਖ ਦੀਆਂ ਨਾਰਾਂ। ਮਹਾਰਾਜ ਫਰਮਾਉਂਦੇ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਹੁਣ ਜੇ ਤਾਂ ਸਾਡਾ ਕੰਤ ਪਤੀ ਸਾਡੇ ਹਿਰਦੇ ਘਰ ਵਿੱਚ ਆ ਗਿਆ,
ਫਿਰ ਤਾਂ ਸਾਡਾ ਕੀਤਾ ਹੋਇਆ ਹਾਰ ਸ਼ਿੰਗਾਰ ਸਾਰਾ ਸਫਲ ਹੋ ਗਿਆ, ਕਿਉਂਕਿ ਅਸੀਂ ਉਹਨੂੰ ਪ੍ਰਵਾਨ ਹੋ ਗਈਆਂ ਪਤੀ। ਜੇ ਹੁਣ ਅਸੀਂ ਹਾਰ ਸ਼ਿੰਗਾਰ ਦਾ ਕੀਤਾ, ਉਹ ਪਤੀ ਕੰਤ ਘਰ ਦੇ ਵਿੱਚ ਆਏ ਹੀ, ਫਿਰ ਕੀਤਾ ਹੋਇਆ ਹਾਰ ਸ਼ਿੰਗਾਰ ਸਾਰਾ ਵਿਅਰਥ ਹੀ ਚਲਾ ਜਾਂਦਾ। ਮਹਾਰਾਜ ਤਾਈਓ ਸਾਨੂੰ ਗੁਰੂ ਅਰਜਨ ਦੇਵ ਜੀ ਫਰਮਾਉਂਦੇ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ, ਹਰਿਆ ਕੰਤੇ ਬਾਝ ਸ਼ਿੰਗਾਰ ਸਭ ਬਿਰਥਾ ਜਾਈਏ। ਬਈ ਜੇ ਤਾਂ ਪਤੀ ਘਰ ਦੇ ਵਿੱਚ ਆ ਜੇ, ਫਿਰ ਤਾਂ ਸਾਰਾ ਕੁਛ ਹੀ ਕੀਤਾ ਹੋਇਆ ਪ੍ਰਵਾਨ ਹੋ ਗਿਆ। ਹੁਣ ਇਹ ਜਿਹੜਾ ਅਸੀਂ ਹਾਰ ਸ਼ਿੰਗਾਰ ਕਰਦੇ ਹਾਂ, ਸਾਡੀ ਸੁਰਤੀ ਇਸੇ ਵਾਸਤੇ ਵੀ ਅਸੀਂ ਆਪਣੇ ਪਤੀ ਕੰਤ ਨੂੰ ਭਾ ਜਾਈਏ। ਜੇ ਅਸੀਂ ਉਹਨੂੰ ਭਾ ਜਾਈਏ ਤਾਂ ਉਹ ਸਾਡੇ ਹਿਰਦੇ ਵਿੱਚ ਆ ਕੇ ਵਸ ਜਾਵੇ, ਉਹ ਸਾਡੇ ਘਰ ਦੇ ਵਿੱਚ ਆ ਜਾਵੇ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਵੀ ਜੇ ਤੁਸੀਂ ਘਰ ਤਾਂ ਗਏ ਨਹੀਂ, ਮਾਲਕ ਦੇ ਨਾਲ ਸਾਡਾ ਮਿਲਾਪ ਨਹੀਂ ਹੋਇਆ, ਸਹਿਜ ਵਿੱਚ ਗਏ ਨਹੀਂ, ਤੇ ਫਿਰ ਤੁਸੀਂ ਕਾਹਦੇ ਵਾਸਤੇ ਕੀਤਾ। ਹੁਣ ਆਮ ਜੀਵ ਹੈ ਜਿਹੜਾ ਜਦੋਂ ਸਤ ਸੰਗਤ ਨਹੀਂ ਕਰਦਾ, ਨਹੀਂ ਗੁਰੂ ਦੀ ਮੱਤ ਲੈਂਦਾ, ਉਹਨੂੰ ਇਹੀ ਨਹੀਂ ਪਤਾ ਵੀ ਮੈਂ ਗੁਰੂ ਘਰ ਕੀ ਕਰਨ ਵਾਸਤੇ ਜਾਣਾ। ਜਾਂ ਮੈਂ ਗੁਰਬਾਣੀ ਗੁਰੂ ਸਤਿਗੁਰਾਂ ਪਾਸ ਜਾਣਾ ਹੈ, ਅਤੇ ਸਤਿਗੁਰਾਂ ਤੋਂ ਕੀ ਲੈਣ ਜਾਣਾ, ਕੀ ਕਰਨਾ ਜਾ ਕੇ। ਜਾਂ ਮੈਂ ਗੁਰਬਾਣੀ ਨੂੰ ਪੜ੍ਹਦਾ, ਕਾਹਦੇ ਵਾਸਤੇ ਪੜ੍ਹਨਾ, ਕੀ ਮਕਸਦ ਹੈ ਪੜ੍ਹਨ ਦਾ। ਜਾਂ ਸਿਮਰਨ ਕਰਦਾ, ਕਾਹਦੇ ਵਾਸਤੇ ਕਰਦਾ। ਜਾਂ ਮੈਂ ਤੀਰਥਾਂ 'ਤੇ ਜਾਣਾ, ਅਤੇ ਕਾਹਦੇ ਵਾਸਤੇ ਜਾਣਾ, ਕੀ ਕਰਨ ਜਾਣਾ। ਇਹ ਸਾਰਾ ਕੁਝ ਸਾਨੂੰ ਜਦ ਤੱਕ ਗਿਆਨ ਨਹੀਂ ਹੁੰਦਾ, ਇਹ ਸਾਡਾ ਸਾਰਾ ਕੁਛ ਕੀਤਾ ਹੋਇਆ, ਫਿਰ ਜੇ ਗਿਆਨ ਨਹੀਂ, ਸੋਝੀ ਨਹੀਂ, ਤੇ ਸਾਡੇ ਮਨ ਤੋਂ ਮੈਲ ਉਤਰਦੀ ਨਹੀਂ, ਸਗੋਂ ਤੇ ਉੱਤੇ ਮੈਲ ਹੋਰ ਲੱਗ ਜਾਂਦੀ। ਜਿਵੇਂ ਮਹਾਰਾਜ ਕਹਿੰਦੇ ਵੀ ਕਲਯੁਗ ਦੇ ਸਮੇਂ ਦੇ ਵਿੱਚ ਜੀਵ ਕਰੋੜਾਂ ਵਾਰੀ ਤੀਰਥਾਂ 'ਤੇ ਜਾਇਆ ਵੇ ਅਤੇ ਕਰੋੜਾਂ ਵਾਰ ਇਸ਼ਨਾਨ ਕਰ ਲਵੇ, ਉਹਦੇ ਉੱਤੇ ਮੈਲ ਲੈਂਦੀ ਨਹੀਂ, ਹੋਰ ਚੜ੍ਹ ਜਾਂਦੀ, ਜੇ ਉਹਨੇ ਗੁਰੂ ਦੀ ਮੱਤ ਨਹੀਂ ਲਈ, ਜੇ ਉਹਨੇ ਗਿਆਨ ਨਹੀਂ ਲਿਆ। ਮਹਾਰਾਜ ਕਹਿੰਦੇ ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲਮੇ ਮੈਲ ਭਰੀ ਜੀ। ਹੁਣ ਮਹਾਰਾਜ ਕਹਿੰਦੇ ਕਰੋੜਾਂ ਵਾਰ ਮੈਲ ਹੋਰ ਚੜ੍ਹ ਜਾਂਦੀ ਇਸ਼ਨਾਨ ਕਰਨ ਦੇ ਨਾਲ। ਜੇ ਅਸੀਂ ਸਾਧ ਸੰਗਤ ਕਰੀਏ ਅਤੇ ਮਾਲਕ ਦੇ ਗੁਣ ਗਾਈਏ ਤਾਂ ਸਾਡਾ ਮਨ ਨਿਰਮਲ ਹੋ ਜਾਂਦਾ। ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਕਿਉਂਕਿ ਸਾਧ ਸੰਗਤ ਦੇ ਵਿੱਚ ਆ ਕੇ ਸਾਨੂੰ ਭੇਦ ਆਉਣਾ ਵੀ ਅਸੀਂ ਪਰਮਾਤਮਾ ਦੇ ਗੁਣ ਕਿਵੇਂ ਗਾਉਣੇ ਅਤੇ ਕਾਹਦੇ ਵਾਸਤੇ ਗਾਉਣੇ, ਸਿਮਰਨ ਕਰਨਾ ਕਾਹਦੇ ਵਾਸਤੇ ਕਰਨਾ। ਅਤੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਸ ਵਾਸਤੇ ਕਰਨਾ ਜਿਹੜੀ ਸਾਡੇ ਮਨ 'ਤੇ ਮੈਲ ਲੱਗੀ, ਔਗਣਾਂ ਦੀ ਜਿਹੜੀ ਪਾਪਾਂ ਦੀ ਮੈਲ ਸਾਡੇ ਮਨ 'ਤੇ ਚੜ੍ਹ ਗਈ ਹੈ, ਚਾਹੇ ਉਹ ਪਾਪ ਅਸੀਂ ਜਾਣੇ ਪੁੱਜ ਕੇ ਕੀਤੇ, ਚਾਹੇ ਅਣਜਾਣ ਪੁੰਨੇ 'ਚ ਕੀਤੇ, ਜਾਣੇ ਅਣਜਾਣੇ ਜੋ ਵੀ ਸਾਡੇ ਮਨ 'ਤੇ ਮੈਲ ਲੱਗੀ, ਉਹ ਮੈਲ ਲੱਥ ਜਾਣੀ ਜਦੋਂ ਅਸੀਂ ਰਸਨਾ ਦੁਆਰਾ ਮਾਲਕ ਦੇ ਗੁਣ ਗਾਉਂਦੇ, ਜਦੋਂ ਅਸੀਂ ਸਿਮਰਨ ਕਰਦੇ। ਮਹਾਰਾਜ ਇਸ ਲਈ ਫਰਮਾਉਂਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਬਈ ਗੁਰਸਿੱਖੋ ਬੋਲੋ, ਕੀ ਬੋਲੀਏ, ਕਹਿੰਦੇ ਬੋਲੋ ਵਾਹਿਗੁਰੂ। ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਾਂਗੇ, ਬੋਲਾਂਗੇ, ਜਿਹੜੀ ਸਾਡੇ ਮਨ 'ਤੇ ਮੈਲ ਲੱਗੀ ਉਹ ਮੈਲ ਲੈ ਜਾਏਗੀ। ਜਿਹੜੀ ਦੁਰਮਤ ਦੀ ਮੈਲ ਚੜ੍ਹੀ ਹੈ, ਮੈਲ ਸਾਰੀ ਲੱਥ ਜਾਏਗੀ। ਜਿਉਂ-ਜਿਉਂ ਅਸੀਂ ਰਸਨਾ ਦੁਆਰਾ ਮਾਲਕ ਦੇ ਗੁਣ ਗਾਉਂਦੇ ਜਾਵਾਂਗੇ, ਜਿਉਂ-ਜਿਉਂ ਅਸੀਂ ਸਿਮਰਨ ਕਰਦੇ ਜਾਵਾਂਗੇ, ਤਿਉਂ-ਤਿਉਂ ਸਾਡੇ ਮਨ ਤੋਂ ਪਾਪਾਂ ਦੀ ਮੈਲ ਉਤਰਦੀ ਜਾਏਗੀ। ਮਹਾਰਾਜ ਤਾਈਓ ਫਰਮਾਉਂਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ।
ਬਈ ਜਿਉਂ ਜਿਉਂ ਰਸਨਾ ਤੇਰੇ ਗੁਣ ਗਾਉਂਦੀ ਹੈ, ਜਿਹੜੀ ਸਾਡੀ ਔਗਣਾ ਤੇ ਮੈਲ ਚੜੀ, ਉਹ ਮੈਲ ਸਾਡੀ ਉਤਰਦੀ ਜਾਂਦੀ ਮਨ 'ਚ। ਔਰ ਇਸ ਵਾਸਤੇ ਜੇ ਤਾਂ ਅਸੀਂ ਗੁਰੂ ਦੀ ਮੱਤ ਦੁਆਰਾ ਕਰਦੇ ਹਾਂ, ਫਿਰ ਤਾਂ ਅਸੀਂ ਮੈਲ ਲਾਵਾਂਗੇ, ਫਿਰ ਤਾਂ ਉਤਰੇਗੀ। ਜੇ ਅਸੀਂ ਆਪਦੀ ਮੱਤ ਦੁਆਰਾ ਕਰਾਂਗੇ, ਜਿਵੇਂ ਜੀਵ ਇੱਕ ਤਾਂ ਉਹ ਨੇ ਜਿਹੜੇ ਗੁਰੂ ਦੀ ਮੱਤ ਦੁਆਰਾ ਕਰਦੇ, ਇੱਕ ਉਹ ਨੇ ਜਿਹੜੇ ਆਪਦੀ ਮੱਤ ਦੁਆਰਾ ਕਰਦੇ। ਹੁਣ ਇਹਨਾਂ ਦੋਵਾਂ ਦੇ ਵਿੱਚ ਬਹੁਤ ਫਰਕ ਹੈ, ਬਹੁਤ ਅੰਤਰ ਹੈ। ਕਿੰਨਾ ਕੁ ਫਰਕ ਹੈ? ਜ਼ਮੀਨ ਅਸਮਾਨ ਦਾ ਅੰਤਰ। ਹੁਣ ਜਿਹੜਾ ਜੀਵ ਆਪਦੀ ਮੱਤ ਦੁਆਰਾ ਕਰਦਾ, ਉਹ ਜਦੋਂ ਕਰੇਗਾ, ਗੁਰਬਾਣੀ ਨੂੰ ਪੜ੍ਹੇਗਾ, ਪਹਿਲਾਂ ਤਾਂ ਉਹਦਾ ਮਨ ਹੀ ਨਹੀਂ ਟਿਕਣਾ। ਪੜ੍ਹਦੇ ਵੀ ਨਹੀਂ ਉਹਦਾ ਮਨ ਟਿਕੇਗਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਕਾਹਦੇ ਵਾਸਤੇ ਪੜ੍ਹਨਾ। ਸਿਮਰਨ ਕਰੇਗਾ, ਸਿਮਰਨ ਕਰਦੇ ਵੀ ਉਹਦਾ ਮਨ ਨਹੀਂ ਟਿਕੇਗਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਕਾਹਦੇ ਵਾਸਤੇ ਸਿਮਰਨ ਕਰਨਾ। ਫਿਰ ਜੇ ਉਹ ਕਰੇਗਾ ਵੀ, ਫਿਰ ਉਹਨੇ ਦੂਸਰਿਆਂ ਦੀ ਨਿੰਦਿਆ ਸ਼ੁਰੂ ਕਰ ਦਿੱਤੀ। ਫਿਰ ਉਹ ਸਮਝਦਾ ਵੀ ਮੈਂ ਤਾਂ ਗੁਰਮੁਖ ਹਾਂ, ਕਿਉਂਕਿ ਮੈਂ ਗੁਰਬਾਣੀ ਪੜ੍ਹਦਾ, ਮੈਂ ਸਿਮਰਨ ਕਰਦਾ, ਮੈਂ ਗੁਰੂ ਘਰ ਆਉਂਦਾ। ਜਿਹੜਾ ਨਹੀਂ ਆਉਂਦਾ ਗੁਰੂ ਘਰ, ਉਹ ਮਨਮੁਖ ਹੈ, ਜਾਂ ਜਿਹੜਾ ਨਹੀਂ ਬਾਣੀ ਪੜ੍ਹਦਾ ਉਹ ਮਨਮੁਖ ਹੈ। ਹੁਣ ਆਪਾਂ ਜਦੋਂ ਗੁਰਬਾਣੀ ਗੁਰੂ ਪਾਸੋਂ ਪੁੱਛਦੇ ਹਾਂ ਵੀ ਕੀ ਇਹ ਸਾਡੀ ਵਿਚਾਰਧਾਰਾ ਠੀਕ ਹੈ, ਬਈ ਕੀ ਉਹ ਸਾਰੇ ਗੁਰਮੁਖ ਨੇ ਜਿਹੜੇ ਗੁਰੂ ਘਰ ਆਉਂਦੇ, ਜਿਹੜੇ ਗੁਰਬਾਣੀ ਪੜ੍ਹਦੇ, ਜਿਹੜੇ ਸਿਮਰਨ ਕਰਦੇ, ਉਹ ਸਾਰੇ ਗੁਰਮੁਖ ਨੇ? ਜਿਹੜੇ ਨਹੀਂ ਕਰਦੇ ਸਾਰਾ ਕੁਛ, ਉਹ ਮਨਮੁਖ ਨੇ? ਫਿਰ ਆਪਾਂ ਨੂੰ ਗੁਰਬਾਣੀ ਗੁਰੂ ਦੱਸਦੇ ਵੀ ਇਹ ਸਾਰਾ ਕੁਛ ਮਨਮੁਖ ਵੀ ਕਰਦੇ। ਮਨਮੁਖ ਵੀ ਗੁਰਬਾਣੀ ਪੜ੍ਹਦਾ ਹੈ, ਮਨਮੁਖ ਵੀ ਸਿਮਰਨ ਕਰਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਕਰਨਾ ਕਾਹਦੇ ਵਾਸਤੇ। ਪੜ੍ਹਦਾ ਮਨਮੁਖ ਵੀ ਹੈ, ਉਹਨੂੰ ਵਿਧੀ ਨਹੀਂ, ਤਰੀਕਾ ਨਹੀਂ ਆਉਂਦਾ ਪੜ੍ਹਨ 'ਚ। ਜਦੋਂ ਪੜ੍ਹਦਾ ਗੁਰਬਾਣੀ ਨੂੰ, ਉਹਦਾ ਮਨ ਨਹੀਂ ਟਿਕਦਾ, ਅਤੇ ਜਿਸ ਨਾਮ ਦੀ ਮਹਿਮਾ ਗੁਰਬਾਣੀ ਗੁਰੂ ਕਰ ਰਹੇ, ਉਹ ਨਾਮ ਨੂੰ ਤਾਂ ਮੰਨਦਾ ਹੀ ਨਹੀਂ, ਨਾਮ ਨੂੰ ਤਾਂ ਬੁੱਝਦਾ ਹੀ ਨਹੀਂ। ਇਸ ਲਈ ਮਹਾਰਾਜ ਫਰਮਾਉਂਦੇ, ਕਹਿੰਦੇ ਪੜ੍ਹੇ ਮਨਮੁਖ ਪਰ ਵਿਦ ਨਹੀਂ ਜਾਨਾ, ਨਾਮ ਨਾ ਬੂਝੇ ਭਰਮ ਭੁਲਾਨਾ। ਪੜ੍ਹਦਾ ਤਾਂ ਮਨਮੁਖ ਵੀ, ਪਰ ਉਹ ਆਪਦੀ ਮੱਤ ਦੁਆਰਾ ਪੜ੍ਹਦਾ ਕਰਕੇ ਉਹ ਸਮਾਂ ਬੰਨ ਲੈਂਦਾ। ਬਈ ਸਵੇਰੇ ਗੁਰਬਾਣੀ ਨੂੰ ਪੜ੍ਹਨਾ, ਦੁਪਹਿਰੇ ਪੜ੍ਹਨਾ, ਸ਼ਾਮ ਨੂੰ ਪੜ੍ਹ ਲਓ, ਰਾਤ ਨੂੰ ਪੜ੍ਹ ਲਓ। ਹੁਣ ਉਹ ਜਦੋਂ ਸਮਾਂ ਬੰਨ ਲੈਂਦਾ ਅਤੇ ਉਹਦਾ ਮਨ ਟਿਕਦਾ ਨਹੀਂ, ਪੜ੍ਹਦੇ ਵੀ ਨਹੀਂ ਮਨ ਟਿਕਦਾ। ਮਹਾਰਾਜ ਕਹਿੰਦੇ ਨਾਨਕ ਸੰਧਿਆ ਕਰੇ ਮਨਮੁਖੀ, ਜੀਉ ਨਾ ਟਿਕੇ ਮਰ ਜੰਮੇ ਹੋਏ ਖਵਾਰ। ਸੰਧਿਆ ਮਨਮੁਖ ਵੀ ਕਰਦਾ, ਪਰ ਉਹਦੀ ਨਿਸ਼ਾਨੀ ਕੀ? ਉਹਦਾ ਮਨ ਨਹੀਂ ਟਿਕਦਾ, ਪੜ੍ਹਦੇ ਵੀ ਨਹੀਂ ਮਨ ਟਿਕਦਾ। ਹੁਣ ਮਨ ਕਿਉਂ ਨਹੀਂ ਟਿਕਦਾ? ਕਿਉਂਕਿ ਉਹਨੇ ਗੁਰੂ ਦੀ ਮੱਤ ਨਹੀਂ ਲਈ। ਸਿਮਰਨ ਉਹ ਵੀ ਕਰਦਾ, ਮਾਲਾ ਉਹ ਵੀ ਬਥੇਰੀ ਫੇਰਦਾ, ਪਰ ਜਦੋਂ ਮਾਲਾ ਫੇਰਦਾ ਅਤੇ ਉਹਦੇ ਹਿਰਦੇ 'ਚ ਜੇ ਨਹੀਂ ਵੱਸਦਾ, ਕਿਉਂਕਿ ਜਦ ਤੱਕ ਗੁਰੂ ਦੀ ਮੱਤ ਨਹੀਂ ਲੈਂਦਾ ਨਹੀਂ ਵੱਸਣਾ। ਫਿਰ ਉਦੋਂ ਮਹਾਰਾਜ ਕਹਿੰਦੇ ਵੀ ਇਹ ਜਪਣੀ ਜਿਹੜੀ ਤੂੰ ਬਾਹਰ ਦਿਖਾਉਣਾ, ਇਹ ਮਾਲਾ ਨੂੰ ਜਪਣੀ ਕਹਿੰਦੀ, ਵੀ ਇਹ ਤੇਰੀ ਜਪਣੀ ਨਾਲ ਕੁਛ ਨਹੀਂ ਹੋਣਾ ਜਿਹੜੀ ਤੂੰ ਚੁੱਕੀ ਫਿਰਦਾ ਨਾ। ਇਹ ਮਹਾਰਾਜ ਕਹਿੰਦੇ ਵੀ ਜੇ ਤੇਰੇ ਹਿਰਦੇ 'ਚ ਨਹੀਂ ਵਸੇ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੇ ਰਾਮ ਨ ਚੇਤਈ, ਇਹ ਜਪਣੀ ਕਿਆ ਹੋਈ। ਵੀ ਇਹ ਜਿਹੜੀ ਤੂੰ ਜਪਣੀ ਚੱਕ ਕੇ ਲਕਾਈ ਨੂੰ ਦਿਖਾਉਂਦਾ ਫਿਰਦਾ ਨਾ, ਵੀ ਮੈਂ ਮਾਲਾ ਬੜੀ ਫੇਰਦਾ, ਇਹ ਮਾਲਾ ਦਿਖਾਉਣ ਦੇ ਨਾਲ ਕੁਛ ਨਹੀਂ ਹੋਣਾ। ਕਿਉਂਕਿ ਇਹ ਮਾਲਾ ਜਿਹੜੀ, ਇਹਦਾ ਗੁਰਬਾਣੀ ਗੁਰੂ 'ਚ ਖੰਡਨ ਕੀਤਾ। ਜਿਹੜਾ ਆਪਾਂ ਦਾ ਦੇਖਦੇ ਹਾਂ ਨਾ ਵੀ ਜਿਵੇਂ ਆ ਗੁਰੂ ਸਾਹਿਬਾਨਾਂ ਦੇ ਵੀ ਜੀਵਾਂ ਨੇ ਜਿਹੜੇ ਆ ਕੈਲੰਡਰ ਬਣਾ ਦਿੱਤੇ, ਉਹ ਕੈਲੰਡਰਾਂ ਦੇ ਉੱਤੇ ਵੀ ਉਹਨਾਂ ਦੇ ਹੱਥਾਂ 'ਚ ਮਾਲਾ ਫੜਾ ਦਿੱਤੀਆਂ, ਸਿਰ 'ਤੇ ਮਾਲਾ ਪਾ ਦਿੱਤੀਆਂ, ਗਲਾਂ 'ਚ ਮਾਲਾ ਪਾ ਦਿੱਤੀ। ਹੁਣ ਇਹ ਸਾਰਾ ਸਾਡੀ ਅਗਿਆਨਤਾ ਦਾ ਕਾਰਨ। ਜੇ ਅਸੀਂ ਗੁਰਬਾਣੀ ਗੁਰੂ ਨਾਲ ਜੁੜੇ ਹੋਈਏ, ਜੇ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰੀਏ, ਅਤੇ ਗੁਰਬਾਣੀ ਗੁਰੂ ਇਹਦਾ ਖੰਡਨ ਕਰਦੇ। ਗੁਰਬਾਣੀ ਗੁਰੂ 'ਚ ਐਸਾ ਕੋਈ ਪ੍ਰਮਾਣ ਨਹੀਂ ਆਉਂਦਾ।
ਮਹਾਰਾਜ ਦਾ ਕਹਿੰਦੇ ਵੀ ਜਿਹੜੀ ਜਪਣੀ ਤੁਸੀਂ ਬਣਾਉਣੀ ਹੈ, ਇਹ ਤੁਹਾਡੀ ਰਸਨਾ ਜਿਹੜੀ ਲਾਈ ਹੈ, ਇਹ ਰਸਨਾ ਤੁਹਾਡੀ ਜਪਣੀ ਹੈ, ਅਤੇ ਸਵਾਸਾਂ ਦੀ ਤੁਸੀਂ ਮਾਲਾ ਬਣਾਓ। ਬਈ ਇਹ ਜਿਹੜੀ ਮਾਲਾ, ਇਹ ਮਾਲਾ ਕਿਸੇ ਭਗਤ ਨੇ ਨਹੀਂ ਫੇਰੀ, ਕਿਉਂਕਿ ਉਹ ਤਾਂ ਸਾਰੀ ਕਿਰਤੀ ਸੀ, ਉਹ ਕੰਮ ਕਰਦੀ ਸੀ। ਜੇ ਅਸੀਂ ਹੱਥ ਦੁਬਾਰਾ ਮਾਲਾ ਫੇਰਾਂਗੇ ਤਾਂ ਕੰਮ ਕਿਵੇਂ ਕਰਾਂਗੇ ਹੱਥਾਂ ਨਾਲ? ਉਹ ਤਾਂ ਸਾਰੀ ਕਿਰਤੀ ਸੀ, ਸਾਰੇ ਕੰਮ ਕਰਦੀ ਸੀ। ਹੁਣ ਇੱਕ ਭਗਤ ਜੁੱਤੀਆਂ ਗੰਢ ਰਿਹਾ, ਉਹ ਜੁੱਤੀ ਗੰਢੇਗਾ ਕੋਈ ਮਾਲਾ ਫੇਰੇਗਾ? ਜਾਂ ਇੱਕ ਤਾਣਾ ਬੁਣ ਰਿਹਾ, ਉਹ ਤਾਣਾ ਬੁਣੇਗਾ ਕਿ ਜਾਂ ਉਹ ਮਾਲਾ ਹੱਥ 'ਚ ਫੜ ਕੇ ਮਾਲਾ ਨੂੰ ਫੇਰੇਗਾ? ਔਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ, ਉਹ ਕਹਿੰਦੇ ਵੀ ਹੱਥਾਂ ਪੈਰਾਂ ਨਾਲ ਤਾਂ ਅਸੀਂ ਕਿਰਤ ਕਰਨੀ, ਵੀ ਇਹ ਜਿਹੜੀ ਰਸਨਾ, ਇਹ ਰਸਨਾ ਦੁਬਾਰਾ ਸਿਮਰਨ ਕਰਨਾ ਅਤੇ ਸਵਾਸਾਂ ਦੀ ਮਾਲਾ ਬਣਾਉਣੀ, ਜਿਹੜੀ ਮਾਲਾ ਟੁੱਟੇ ਨਾ। ਮਹਾਰਾਜ ਤਾਂਹੀਓ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਕਹਿੰਦੇ ਸਾਡੀ ਸਿਮਰਨੀ ਤਾਂ ਜਿਹੜੀ, ਇਹ ਸਾਡੀ ਰਸਨਾ, ਵੀ ਇਹ ਰਸਨਾ ਦੁਆਰਾ ਅਸੀਂ ਮਾਲਕ ਦਾ ਨਾਮ ਸਿਮਰਦੇ ਅਤੇ ਸਵਾਸਾਂ ਦੀ ਮਾਲਾ ਬਣਾਈ ਹੋਈ ਜਿਹੜੀ ਕਦੇ ਟੁੱਟਦੀ ਨਹੀਂ। ਔਰ ਇਸੇ ਤਰ੍ਹਾਂ ਹੀ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਉਹਨਾਂ ਨੂੰ ਤੁਸੀਂ ਪਰਮਾਤਮਾ ਦੇ ਸੰਤ ਨਾ ਸਮਝਿਓ, ਜਿਨ੍ਹਾਂ ਨੇ ਗਲਾਂ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਮਾਲਾ ਪਾਈਆਂ ਹੋਣ ਜਾਂ ਹੱਥਾਂ 'ਚ ਮਾਲਾ ਫੜੀਆਂ ਹੋਣ। ਮਹਾਰਾਜ ਕਹਿੰਦੇ ਗਲੀ ਜਿੰਨੀ ਜਪ ਮਾਲੀਆਂ ਲੋਟੇ ਹੱਥ ਨਿਵੱਗ, ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਵੀ ਉਹਨਾਂ ਨੂੰ ਹਰੀ ਦੇ ਸੰਤ ਨਹੀਂ ਆਖਿਆ ਜਾਂਦਾ, ਕਿਉਂਕਿ ਸੰਤਾਂ ਨੇ ਤਾਂ ਆਪਾਂ ਨੂੰ ਜੋ ਮਾਲਕ ਨੂੰ ਮਿਲਾਪ ਦਾ ਰਸਤਾ, ਉਹਨਾਂ ਨੇ ਤਾਂ ਸਾਨੂੰ ਸੌਖਾ ਮਾਰਗ ਦੱਸਣਾ, ਪ੍ਰੇਮ ਦਾ ਮਾਰਗ ਦੱਸਣਾ, ਵੀ ਕਿਵੇਂ ਅਸੀਂ ਸੌਖੇ ਹੋ ਸਕਦੇ ਅਤੇ ਕਿਵੇਂ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ। ਹੁਣ ਤਾਈਓ ਆਪਾਂ ਨੂੰ ਸਮਝਾਉਂਦੇ ਵੀ ਹੱਥਾਂ ਪੈਰਾਂ ਨਾਲ ਤਾਂ ਅਸੀਂ ਕਿਰਤ ਕਰਦੇ, ਮੁੱਖ ਦੁਆਰਾ ਨਾਲ ਨਾਲ ਅਸੀਂ ਸਿਮਰਨ ਕਰ। ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਵੀ ਹੱਥਾਂ ਪੈਰਾਂ ਨਾਲ ਕੰਮ ਕਰੋ, ਇਹ ਮੁੱਖ ਦੁਆਰਾ ਨਾਲ ਨਾਲ ਸਿਮਰਨ ਕਰੋ ਅਤੇ ਚਿੱਤ ਪਰਮਾਤਮਾ 'ਚ ਜੋੜ ਕੇ ਰੱਖੋ। ਹੁਣ ਇਹੋ ਆਪਾਂ ਨੂੰ ਸਤਿਗੁਰਾਂ ਨੇ ਸਮਝਾਏ ਵੀ ਆਪਾਂ ਸਾਰੇ ਸੰਸਾਰ ਦੇ ਵਿੱਚ ਜੀਵ ਰਹਿਣ ਵਾਲੇ, ਪਰਿਵਾਰਾਂ ਵਾਲੇ, ਕਿਰਤ ਕਰਨ ਵਾਲੇ। ਹੁਣ ਆਪਾਂ ਨੂੰ ਕਹਿੰਦੇ ਵੀ ਨਾਲ ਨਾਲ ਇਹ ਕਿਰਤ ਦੇ ਨਾਲ ਨਾਲ ਤੁਸੀਂ ਸਿਮਰਨ ਕਰੋ, ਸਿਮਰ ਸਿਮਰ ਹਰ ਕਾਰਨ ਕਰਨ। ਵੀ ਹੱਥਾਂ ਪੈਰਾਂ ਨਾਲ ਕਿਰਤ ਕਰਦੇ ਹੋ, ਮੁੱਖ ਦੁਆਰਾ ਨਾਲ ਨਾਲ ਅਭਿਆਸ ਕੀਤੀ ਜਾਓ। ਹੁਣ ਜਦੋਂ ਅਸੀਂ ਇਸ ਤਰ੍ਹਾਂ ਅਭਿਆਸ ਕਰਾਂਗੇ, ਗੁਰੂ ਦੀ ਮੱਤ ਲੈ ਕੇ ਅਤੇ ਸਾਡੇ ਹਿਰਦੇ 'ਚ ਵੱਸ ਜੇਗਾ। ਜੇ ਅਸੀਂ ਆਪਦੀ ਮੱਤ ਦੁਆਰਾ ਕਰਾਂਗੇ, ਫਿਰ ਜਦੋਂ ਆਪਦੀ ਮੱਤ ਦੁਆਰਾ ਜੀਵ ਕਰਦਾ ਹੈ, ਉਹ ਫਿਰ ਇਸ ਤਰ੍ਹਾਂ ਸਮਾਂ ਬੰਨ੍ਹ ਲੈਂਦਾ, ਬਾਣੀ ਬਣਦਾ, ਉਹਦਾ ਮਨ ਨਹੀਂ ਟਿਕਦਾ। ਸਿਮਰਨ ਕਰਦਾ ਤਾਂ ਵੀ ਉਹਦਾ ਮਨ ਨਹੀਂ ਟਿਕਦਾ। ਫਿਰ ਜਦੋਂ ਮਨ ਨਹੀਂ ਟਿਕਦਾ, ਹੋਰ ਅੰਦਰ ਹਉਮੈ ਆ ਜਾਂਦੀ, ਹੋਰ ਹੰਕਾਰ ਆ ਜਾਂਦਾ। ਬਈ ਮੈਂ ਤਾਂ ਇੰਨਾ ਸਿਮਰਨ ਕਰਦਾ, ਮੈਂ ਤਾਂ ਇੰਨੀ ਗੁਰਬਾਣੀ ਪੜ੍ਹਦਾ, ਵੀ ਮੈਂ ਗੁਰਮੁਖ ਹਾਂ। ਜਿਹੜਾ ਨਹੀਂ ਕਰਦਾ ਇਹ ਸਾਰਾ ਕੁਛ, ਉਹ ਮਨਮੁਖ। ਫਿਰ ਇਹ ਸਾਡੀ ਵਿਚਾਰਧਾਰਾ ਹੋ ਜਾਂਦੀ। ਫਿਰ ਜਦੋਂ ਇਹ ਸਾਡੇ ਬਾਰੇ 'ਚ ਆ ਗਿਆ ਵੀ ਅਸੀਂ ਗੁਰਮੁਖ ਹਾਂ, ਦੂਜਾ ਮਨਮੁਖ, ਫਿਰ ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ ਦੂਜੀ ਦੀ, ਵੀ ਇਹ ਤਾਂ ਗੁਰੂ ਘਰ ਹੀ ਨਹੀਂ ਆਉਂਦਾ ਜੀ, ਇਹ ਤਾਂ ਬਾਣੀ ਨਹੀਂ ਪੜ੍ਹਦਾ ਜੀ। ਹੁਣ ਮਹਾਰਾਜ ਸਾਨੂੰ ਕਹਿੰਦੇ ਵੀ ਇਹ ਸਾਰਾ ਕੁਛ ਕਰਕੇ ਜਾਣਾ ਤਾਂ ਅਸੀਂ ਸਹਿਜ ਵਿੱਚ ਸੀ, ਆਪਦੇ ਘਰ ਜਾਣਾ ਸੀ, ਆਪਦੇ ਘਰ ਦੀ ਪਹਿਚਾਣ ਕਰਨੀ ਸੀ ਅਤੇ ਮਾਲਕ ਨਾਲ ਮਿਲਾਪ ਕਰਨਾ ਸੀ। ਜੇ ਇਹ ਸਾਰਾ ਕੁਛ ਕਰਕੇ ਸਾਡੇ ਅੰਦਰੋਂ ਵੈਰ ਵਿਰੋਧ ਹੀ ਨਹੀਂ ਗਿਆ, ਜੇ ਹਉਮੈ ਹੰਕਾਰ ਹੀ ਨਹੀਂ ਗਿਆ, ਬੁਰਾਈ ਨਿੰਦਿਆ ਅਸੀਂ ਮੁੱਖ ਤੋਂ ਛੱਡੀ ਨਹੀਂ, ਫਿਰ ਉਹ ਕਹਿੰਦੇ ਤੁਹਾਡੀ ਸੇਵਾ ਕੀਤੀ ਤਾਂ ਤੁਹਾਨੂੰ ਫਲ ਕੀ ਮਿਲਿਆ? ਉਹ ਤਾਂ ਤੁਹਾਡੀ ਸੇਵਾ ਕੀਤੀ ਸਾਰੀ ਨਿਫਲ ਹੀ ਚਲੀ। ਕਿਉਂਕਿ ਸੇਵਾ ਤਾਂ ਇਸ ਕਰਕੇ ਕਰਨੀ ਸੀ ਵੀ ਸਾਡਾ ਮਨ ਸ਼ੁੱਧ ਹੁੰਦਾ ਅਤੇ ਮਨ ਘਰ ਜਾਂਦਾ। ਮਹਾਰਾਜ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ,
ਭਾਰ ਨਿੰਦਾ ਮੁਖ ਤੇ ਨਹੀਂ ਛੋਟੀ, ਨਿਫਲ ਭਈ ਸਭ ਸੇਵਾ। ਬਈ ਤੁਹਾਡੀ ਕੀਤੀ ਹੋਈ ਸੇਵਾ ਤਾਂ ਨਿਫਲ ਹੀ ਹੋ ਗਈ। ਮਹਾਰਾਜ ਕਹਿੰਦੇ ਬਈ ਪਰਾਈ ਨਿੰਦਿਆ ਮੁਖ ਤੋਂ ਛੱਡੀ ਕੋਈ ਨਹੀਂ, ਬੈਰ ਵਿਰੋਧ ਛੱਡਿਆ ਕੋਈ ਨਹੀਂ, ਤੇ ਫਿਰ ਸੇਵਾ ਕਾਹਦੀ ਕੀਤੀ? ਸੇਵਾ ਇਸ ਕਰਕੇ ਕੀਤੀ ਜਾਂਦੀ ਵੀ ਇਹ ਸਾਰਾ ਕੁਝ ਸਾਡਾ ਮਨ ਛੱਡ ਦੇਵੇ। ਹੁਣ ਇਸ ਵਾਸਤੇ ਛੱਡਿਆ ਕਿਉਂ ਨਹੀਂ? ਕਿਉਂਕਿ ਗੁਰੂ ਦੀ ਮੱਤ ਨਹੀਂ ਲਈ। ਗੁਰੂ ਨੇ ਤਾਂ ਸਾਨੂੰ ਇਹੀਓ ਮੱਤ ਦੇਣੀ ਸੀ, ਸਮੱਤ ਦੇਣੀ ਸੀ, ਪਰ ਇਹਨੇ ਗੁਰੂ ਦੀ ਮੱਤ ਸਮੱਤ ਤਾਂ ਲਈ ਨਹੀਂ, ਇਹਨੇ ਕਮੱਤ ਲੈ ਲਈ ਵੀ ਆਪਦੀ ਮੱਤ ਦੁਆਰਾ ਸਿਆਣਾ ਬਣ ਗਿਆ ਬਹੁਤ। ਫਿਰ ਉਦੋਂ ਮਨ ਨੂੰ ਕਹਿੰਦੇ ਮਨ ਰੇ ਕੌਣ ਕਮੱਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਵੀ ਤੂੰ ਇਹ ਕਿਹੜੀ ਭੈੜੀ ਮੱਤ ਲਈ ਹੈ? ਬਈ ਤੂੰ ਪਰਾਈ ਨਿੰਦਿਆ ਦੇ ਵਿੱਚ ਰਚਿਆ ਰਹਿਣਾ, ਦੂਸਰਿਆਂ ਦੀ ਨਿੰਦਿਆ ਕਰਦਾ ਹੈ। ਬਈ ਇਹ ਤੂੰ ਭੈੜੀ ਮੱਤ ਲਈ ਕਿੱਥੋਂ? ਗੁਰੂ ਨੇ ਤਾਂ ਇਹ ਤੈਨੂੰ ਮੱਤ ਦਿੱਤੀ ਨਹੀਂ, ਗੁਰੂ ਦੀ ਤਾਂ ਇਹ ਮੱਤ ਨਹੀਂ। ਫਿਰ ਅਸੀਂ ਇਹ ਸਾਰਾ ਕੁਝ ਸਿੱਖਿਆ ਕਿੱਥੋਂ? ਵੀ ਸਾਨੂੰ ਗੁਰਬਾਣੀ ਤਾਂ ਇਹ ਨਹੀਂ ਸਿਖਾਉਂਦੇ, ਨਾ ਸਾਨੂੰ ਗੁਰੂ ਇਹ ਸਿਖਾਉਂਦਾ। ਫਿਰ ਅਸੀਂ ਇਹਦਾ ਮਤਲਬ ਵੀ ਗੁਰੂ ਦੀ ਮੱਤ ਨਹੀਂ ਲਈ, ਅਸੀਂ ਸਾਰਾ ਕੁਛ ਆਪਦੀ ਮੱਤ ਦੁਆਰਾ ਹੀ ਕਰਦੇ। ਤਾਈਓ ਆਪਦੀ ਮੱਤ ਦੁਆਰਾ ਕਰਨ ਕਰਕੇ ਜੀਵ ਦਾ ਦੁੱਖ ਨਹੀਂ ਘਟਦਾ, ਤਾਈਓ ਉਹ ਦੁਖੀ ਹੈ। ਹੁਣ ਇੱਕ ਜੀਵ ਤਾਂ ਚਲੋ ਉਹ ਹੈ, ਮੰਨ ਲਓ ਵੀ ਜਿਹਨੂੰ ਜੀਵ ਆਮ ਕਹਿੰਦਾ ਵੀ ਇਹ ਨਾ ਤਾਂ ਬਾਣੀ ਪੜ੍ਹਦਾ ਹੈ ਜੀ, ਨਾ ਇਹ ਸਿਮਰਨ ਕਰਦਾ, ਨਾ ਇਹ ਸੰਗਤ ਕਰਦਾ, ਉਹ ਤਾਂ ਮੰਨ ਲਓ ਦੁਖੀ ਹੈ। ਹੁਣ ਇੱਕ ਜੀਵ ਗੁਰੂ ਘਰ ਵੀ ਆਉਂਦਾ, ਗੁਰਬਾਣੀ ਵੀ ਪੜ੍ਹਦਾ ਹੈ ਅਤੇ ਸਿਮਰਨ ਵੀ ਕਰਦਾ, ਉਹ ਕਾਹਤੋਂ ਦੁਖੀ? ਜੇ ਉਹ ਇਹ ਦੋਵੇਂ ਹੀ ਦੁਖੀ ਨੇ ਤੇ ਫਿਰ ਜਿਹੜਾ ਨਹੀਂ ਆਉਂਦਾ ਉਹ ਆਖੇਗਾ ਵੀ ਫਿਰ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ? ਬਈ ਮੈਂ ਤਾਂ ਚਲੋ ਜਾਂਦਾ ਹੀ ਨਹੀਂ, ਤੂੰ ਤਾਂ ਗੁਰਦੁਆਰੇ ਵੀ ਜਾਂਦਾ ਹੈ, ਤੂੰ ਤਾਂ ਗੁਰਬਾਣੀ ਵੀ ਪੜ੍ਹਦਾ ਹੈ, ਤੂੰ ਤਾਂ ਸੇਵਾ ਵੀ ਕਰਦਾ, ਤੂੰ ਵੀ ਦੁਖੀ ਹੈ ਤੇ ਮੈਂ ਵੀ ਦੁਖੀ ਹਾਂ, ਫਿਰ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ, ਅੰਤਰ ਕੀ ਹੈ? ਫਿਰ ਇਸ ਕਰਕੇ ਜਦੋਂ ਮਨਮੁਖ ਜੀਵ ਇਹ ਦਲੀਲ ਦਿੰਦਾ ਹੈ ਨਾ, ਫਿਰ ਜਿਹੜਾ ਐਸਾ ਜੀਵ ਹੁੰਦਾ ਉਹਦੇ ਮਨ ਦੇ ਵਿੱਚ ਹੋਰ ਰੋਸ ਆਉਂਦਾ। ਫਿਰ ਉਹ ਕਹਿੰਦਾ ਹੈ ਵੀ ਮੈਨੂੰ ਫਾਇਦਾ ਕੀ ਹੈ ਜਾਣ ਦਾ ਗੁਰਦੁਆਰੇ ਜਾਂ ਬਾਣੀ ਪੜ੍ਹਨ ਦੇ, ਵੀ ਜੇ ਮੈਨੂੰ ਦੁੱਖ ਹੀ ਮਿਲਣੇ ਆ। ਹੁਣ ਉਹਨੂੰ ਇਹ ਨਹੀਂ ਪਤਾ ਵੀ ਗੁਰਬਾਣੀ ਗੁਰੂ ਕਹਿ ਕੀ ਰਹੇ ਨੇ, ਕੀ ਸਮਝਾਉਂਦੇ ਨੇ, ਕਿਹੜੇ ਦੁੱਖਾਂ ਦੀ ਗੱਲ ਕਰਦੇ, ਵੀ ਉਹ ਸਾਨੂੰ ਕੀ ਉਪਦੇਸ਼ ਦਿੰਦੇ, ਅਸੀਂ ਕਿਵੇਂ ਇਹ ਦੁੱਖਾਂ ਅਤੇ ਸੁੱਖਾਂ ਦੋਵਾਂ ਤੋਂ ਉੱਪਰ ਉੱਠਣਾ। ਹੁਣ ਉਹਦੇ ਵਾਸਤੇ ਫਿਰ ਇਸ ਲਈ ਆਪਾਂ ਨੂੰ ਦੱਸਦੇ ਮਹਾਰਾਜ ਬਈ ਇਹ ਤਾਂ ਹੀ ਹੋਏਗਾ ਵੀ ਜੇ ਅਸੀਂ, ਮਹਾਰਾਜ ਕਹਿੰਦੇ ਗੁਰੂ ਦੀ ਮੱਤ ਲਵਾਂਗੇ ਤੇ ਫਿਰ ਹੀ ਸਾਡਾ ਦੁੱਖਾਂ ਸੁੱਖਾਂ ਤੋਂ ਮਨ ਉੱਪਰ ਉੱਠੇਗਾ। ਜੇ ਨਹੀਂ ਗੁਰੂ ਦੀ ਮੱਤ ਲਈ ਫਿਰ ਅਸੀਂ ਦੁੱਖਾਂ ਤੋਂ ਉੱਪਰ ਨਹੀਂ ਉੱਠ ਸਕਦੇ, ਫਿਰ ਅਸੀਂ ਹੋਰ ਨਾਸਤਕ ਹੋ ਜਾਵਾਂਗੇ, ਹੋਰ ਮਨਮੁਖ ਹੋ ਜਾਵਾਂਗੇ। ਇਸ ਕਰਕੇ ਫਿਰ ਇੱਕ ਤਾਂ ਹੁੰਦਾ ਵੀ ਜੋ ਸਾਨੂੰ ਗੁਰਬਾਣੀ ਗੁਰੂ ਵਿੱਚ ਇੱਕ ਸਿੱਖ ਦਾ ਜੀਵਨ ਦੱਸੇ, ਵੀ ਇੱਕ ਸੰਤ ਦਾ, ਸਾਧੂ ਦਾ ਜੀਵਨ ਦੱਸੇ, ਜਿਹਨੇ ਗੁਰੂ ਦੀ ਮੱਤ ਲੈ ਲਈ, ਗੁਰਸਿੱਖ ਦਾ ਜੀਵਨ। ਹੁਣ ਜੇ ਅਸੀਂ ਸਿੱਖ ਬਣੇ ਹੀ ਨਹੀਂ, ਗੁਰੂ ਦੀ ਸਿੱਖਿਆ ਲਈ ਨਹੀਂ, ਸਿਰਫ ਬਾਹਰੀ ਪਹਿਰਾਵਾ ਕਰ ਲਿਆ, ਬਾਹਰੀ ਪਹਿਰਾਵਾ ਕਰਕੇ ਅਸੀਂ ਸਮਝ ਲਿਆ ਵੀ ਅਸੀਂ ਗੁਰਮੁਖ, ਫਿਰ ਇਹ ਇਸ ਤਰ੍ਹਾਂ ਹੈ ਵੀ ਜਿਵੇਂ ਇੱਕ ਚੋਰ ਹੁੰਦਾ ਹੈ ਅਤੇ ਉਹ ਚੋਰ ਵਰਦੀ ਪਾ ਲੈਂਦਾ, ਸਿਪਾਹੀ ਹੁੰਦਾ, ਇਹ ਚੋਰ ਹੈ, ਬਾਹਰੀ ਪਹਿਰਾਵਾ ਪਾ ਲਿਆ ਸਿਪਾਹੀ ਦਾ। ਹੁਣ ਅੰਦਰੋਂ ਤਾਂ ਉਹਨੂੰ ਪਤਾ ਵੀ ਮੈਂ ਚੋਰ ਹਾਂ, ਪਰ ਉਹ ਦੂਸਰੇ ਨੂੰ ਧੋਖਾ ਦੇਣ ਵਾਸਤੇ, ਤਾਂ ਕਿ ਪਤਾ ਨਾ ਲੱਗੇ ਬਈ ਇਹ ਚੋਰ ਹੈ, ਉਹਨੇ ਬਾਹਰੀ ਵਰਦੀ ਸੀ ਜਿਹੜੀ ਉਹ ਸਿਪਾਹੀ ਦੀ ਪਾ ਲਈ। ਹੁਣ ਉਹ ਸਭ ਤੋਂ ਪਹਿਲਾਂ ਤਾਂ ਧੋਖਾ ਆਪਦੇ ਆਪ ਨੂੰ ਹੀ ਦੇ ਰਹੀ, ਵੀ ਇਹਦਾ ਨੁਕਸਾਨ ਜਿਹੜਾ ਦੂਸਰੇ ਨੂੰ ਤਾਂ ਹੋਏਗਾ ਹੀ ਹੋਏਗਾ, ਕਿਉਂਕਿ ਜੀਵ ਬਾਹਰੀ ਪਹਿਰਾਵਾ ਦੇਖ।
ਹੁਣ ਉਹਦਾ ਸਭ ਤੋਂ ਵੱਧ ਨੁਕਸਾਨ ਤਾਂ ਉਹਨੂੰ ਖੁਦ ਨੂੰ, ਆਪ ਨੂੰ, ਕਿ ਉਹ ਜਿਹੜਾ ਧੋਖਾ ਕਿਸੇ ਹੋਰ ਨੂੰ ਨਹੀਂ, ਸਭ ਤੋਂ ਵੱਡਾ ਧੋਖਾ ਉਹ ਆਪਣੇ ਆਪ ਨੂੰ ਖੁਦ ਦੇ ਰਿਹਾ। ਉਹਦੀ ਜਿਹੜੀ ਖੋਜ, ਉਹ ਖੋਜ ਬੰਦ ਹੋ ਜਾਏਗੀ, ਕਿਉਂਕਿ ਉਹਨੇ ਸਮਝ ਹੀ ਇਹ ਲਿਆ ਵੀ ਮੈਂ ਤਾਂ ਗੁਰਮੁਖ ਹਾਂ ਜੀ, ਮੈਂ ਤਾਂ ਗੁਰਸਿੱਖ। ਹੁਣ ਜਿਹਨੇ ਇਹੋ ਸਮਝ ਲਿਆ ਵੀ ਮੈਂ ਸਿੱਖ ਹੀ ਲਿਆ ਹੈ, ਤੇ ਉਹਨੇ ਸਿੱਖਿਆ ਲੈਣੀ ਬੰਦ ਕਰ ਦੇਣੀ, ਕਿਉਂਕਿ ਉਹਨੇ ਇਹੋ ਮੰਨ ਲਿਆ ਵੀ ਮੈਂ ਤਾਂ ਬਸ ਜੋ ਸਿੱਖਣਾ ਸੀ ਉਹ ਸਿੱਖ ਲਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਅਸੀਂ ਸਿੱਖ ਦਾ, ਤਾਂਹੀਓ ਸਾਨੂੰ ਆਖਿਆ ਸੀ ਗੁਰੂ ਸਾਹਿਬ ਨੇ ਵੀ ਸਿੱਖ ਦਾ ਭਾਵ ਹੁੰਦਾ ਵੀ ਸਖਿਆਰਥੀ, ਜਿਹਨੇ ਸਾਰੀ ਉਮਰ ਸਿੱਖਦੇ ਹੀ ਰਹਿਣਾ। ਅਸੀਂ ਰੋਜ਼ ਦੀ ਰੋਜ਼ ਸਿੱਖਿਆ ਲੈਣੀ, ਸਿੱਖਦੇ ਰਹਿਣਾ। ਸਿੱਖ ਦਾ ਭਾਵ ਸਖਿਆਰਥੀ। ਜਿਹੜਾ ਹੁਣ ਸਿੱਖ ਤਾਂ ਬਣਿਆ ਨਹੀਂ, ਜਿਹਨੇ ਸਮਝ ਲਿਆ ਵੀ ਮੈਨੂੰ ਤਾਂ ਸਾਰਾ ਕੁਛ ਹੀ ਪਤਾ ਹੈ, ਉਹ ਫਿਰ ਸਿੱਖਿਆ ਤਾਂ ਲੈ ਹੀ ਨਹੀਂ ਰਿਹਾ, ਨਾ ਹੀ ਉਹਨੇ ਸਿੱਖਣਾ, ਕਿਉਂਕਿ ਉਹਨੂੰ ਪਹਿਲਾਂ ਹੀ ਇਹ ਹੋ ਗਿਆ ਵੀ ਮੈਂ ਤਾਂ ਸਾਰਾ ਕੁਝ ਸਿੱਖ ਹੀ ਲਿਆ ਜੀ। ਫਿਰ ਐਸਾ ਜਿਹੜਾ ਜੀਵ ਹੈ ਉਹ ਖਤਰਨਾਕ ਹੈ। ਉਹ ਆਪਦਾ ਵੀ ਨੁਕਸਾਨ ਕਰੇਗਾ ਤੇ ਉਹ ਦੂਜੇ ਦਾ ਵੀ ਕਰੇਗਾ, ਕਿਉਂਕਿ ਉਹਨੂੰ ਭੇਦ ਨਹੀਂ, ਉਹਨੂੰ ਸੋਝੀ ਨਹੀਂ, ਉਹਨੂੰ ਆਪ ਨੂੰ ਨਹੀਂ ਭੇਦ ਬਈ ਗੁਰਬਾਣੀ ਗੁਰੂ ਮੈਨੂੰ ਕੀ ਕਹਿ ਰਹੇ ਨੇ ਤੇ ਕਿੱਥੇ ਪਹੁੰਚਣ ਨੂੰ ਕਹਿ ਰਹੇ। ਉਹ ਆਪ ਨਹੀਂ ਘਰ ਗਿਆ, ਉਹਨੂੰ ਆਪ ਘਰ ਦਾ ਭੇਦ ਨਹੀਂ, ਘਰ ਦੀ ਸੋਝੀ ਨਹੀਂ। ਤੇ ਜਦੋਂ ਘਰ ਨਹੀਂ ਗਿਆ, ਉਹ ਬਗਾਨੇ ਘਰ ਦੇ ਵਿੱਚ, ਬਗਾਨਾ ਘਰ ਹੈ ਕਾਲ ਦਾ। ਹੁਣ ਜੇ ਅਸੀਂ ਇਹ ਕਾਲ ਦੇ ਘਰ ਦੇ ਵਿੱਚ ਰਵਾਂਗੇ, ਤ੍ਰੈ ਗੁਣਾਂ ਦੇ ਵਿੱਚ ਰਵਾਂਗੇ, ਤ੍ਰੈ ਗੁਣਾਂ ਦੇ ਵਿੱਚ ਮਾਇਆ ਨੂੰ ਫਿਰ ਕਹਿੰਦੇ ਨੇ ਵੀ ਇਹ ਨਾਗਣੀ, ਵੀ ਜਿਹੜੀ ਇਹਦੇ ਸਾਡੇ ਮਨਾਂ ਨੂੰ ਜ਼ਹਿਰ ਚੜਾ ਦਿੰਦੀ ਹੈ, ਡਸ ਲੈਂਦੀ। ਹੁਣ ਜੇ ਅਸੀਂ ਸੱਚ ਤੇ ਨਾਮ ਦੇ ਨਾਲ ਚਿੱਤ ਨਹੀਂ ਜੋੜਿਆ ਤੇ ਇਹ ਸਾਨੂੰ ਖਾ ਜਾਏਗੀ, ਸਾਨੂੰ ਨਿਗਲ ਜਾਏਗੀ। ਹੁਣ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਮਾਇਆ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਸਾਡਾ ਜਿਹੜਾ ਮਨ ਹੈ ਨਖਾਲਸ, ਤੇ ਸਾਨੂੰ ਜੇ ਭਰਮ ਪੈ ਗਿਆ ਵੀ ਅਸੀਂ ਖਾਲਸੀ, ਖਾਲਸਾ ਕਿਸੇ ਬਾਹਰੀ ਪਹਿਰਾਵੇ ਦਾ ਨਾਮ ਨਹੀਂ ਹੈ। ਖਾਲਸਾ ਬੜਾ ਪਵਿੱਤਰ ਸ਼ਬਦ। ਖਾਲਸਾ ਉਹ ਹੈ ਵੀ ਜਿਹੜਾ ਮਾਲਕ ਨੂੰ ਮਿਲ ਚੁੱਕੇ, ਜਿਹੜਾ ਮਾਲਕ 'ਚ ਭੇਦ ਹੋ ਚੁੱਕੇ, ਉਹਦੇ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ, ਉਹਨੂੰ ਕਹਿੰਦੇ ਖਾਲਸਾ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਵੱਲੋਂ ਫਿਰ ਕਹਿ ਰਹੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂ ਨਿਵਾਸ। ਹੁਣ ਇਹ ਖਾਲਸਾ ਸ਼ਬਦ ਬੜਾ ਪਵਿੱਤਰ, ਬੜਾ ਨਿਰਮਲ ਸ਼ਬਦ, ਵੀ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ, ਜਿਹੜਾ ਪਿਓਰ ਹੋ ਚੁੱਕੀ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਸ਼ੁੱਧਤਾ ਹੋਈ ਨਹੀਂ, ਮਾਲਕ ਦਾ ਰੂਪ ਹੋਏ ਨਹੀਂ, ਮਾਲਕ ਨੂੰ ਮਿਲੇ ਨਹੀਂ, ਤੇ ਬਾਹਰੀ ਪਹਿਰਾਵਾ ਕਰਕੇ ਜੇ ਅਸੀਂ ਸਮਝ ਲਿਆ ਵੀ ਅਸੀਂ ਖਾਲਸੇ ਹਾਂ ਜੀ, ਫਿਰ ਜਿਹਨੇ ਮੰਨ ਹੀ ਲਿਆ ਵੀ ਮੈਂ ਖਾਲਸਾ ਹਾਂ, ਉਹ ਫਿਰ ਆਖੇਗਾ ਵੀ ਮੈਂ ਤਾਂ ਜੇ ਖਾਲਸਾ ਹੈ ਤੇ ਫਿਰ ਅਸੀਂ ਸ਼ੁੱਧ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ। ਫਿਰ ਤਾਂ ਖੋਜ ਹੀ ਬੰਦ ਹੋ ਗਈ ਨਾ। ਜਦੋਂ ਅਸੀਂ ਖਾਲਸੇ, ਇੱਕ ਤਾਂ ਸਾਨੂੰ ਇਹ ਚੀਜ਼ ਦਾ ਗਿਆਨ ਹੋਵੇ ਵੀ ਅਸੀਂ ਮੰਨੀਏ ਵੀ ਅਸੀਂ ਖਾਲਸੇ ਨਹੀਂ, ਕਿਉਂਕਿ ਜੋ ਖਾਲਸੇ ਦੀ ਪਰਿਭਾਸ਼ਾ ਗੁਰੂ ਸਾਹਿਬ ਗੁਰਬਾਣੀ 'ਚ ਦੱਸਦੇ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਾਨੀ। ਬਈ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਹੜੇ ਮਾਲਕ ਦੇ ਨਾਲ ਮਿਲ ਗਏ, ਉਹ ਗੁਰਮੁਖ, ਉਹ ਖਾਲਸੇ ਨੇ। ਹੁਣ ਜੇ ਅਸੀਂ ਪਰਮਾਤਮਾ ਨੂੰ ਤਾਂ ਮਿਲੇ ਨਹੀਂ, ਘਰ ਤਾਂ ਗਏ ਨਹੀਂ, ਤੇ ਅਸੀਂ ਪਹਿਲਾਂ ਹੀ ਮੰਨ ਲਿਆ ਵੀ ਅਸੀਂ ਖਾਲਸੇ ਹਾਂ ਜੀ, ਤੇ ਫਿਰ ਉਹ ਸਾਡੀ ਜਿਹੜੀ ਜੀਵਨ ਦਾ ਸਾਡਾ ਸਫ਼ਰ ਸੀ, ਜਿਹੜਾ ਅਸੀਂ ਅਨੁਭਵ ਕਰਨਾ ਸੀ, ਉਹ ਸਾਡਾ ਅਨੁਭਵ ਤਾਂ ਬੰਦ ਹੋ ਗਿਆ ਨਾ। ਸਾਨੂੰ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਤੁਸੀਂ ਖਾਲਸੇ ਉਦੋਂ ਆਪਦੇ ਆਪ ਨੂੰ ਸਮਝਿਓ ਜਦੋਂ ਤੁਹਾਡੇ ਅੰਦਰ ਪੂਰਨ ਜੋਤ, ਬ੍ਰਹਮ ਜੋਤ ਪ੍ਰਗਟ ਹੋ ਜੇ, ਤੁਹਾਡੇ ਅੰਦਰ ਪ੍ਰਕਾਸ਼ ਹੋ ਜੇ।
ਪੂਰਨ ਜੋਤ ਜਗੇ ਘਟ ਮੇ ਤਬ ਖਾਲਸ ਤਾਹੇ ਨਖਾਲਸ ਜਾਣੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਜੇ ਤੁਹਾਡੇ ਅੰਦਰ ਜੋਤ ਨਹੀਂ ਪ੍ਰਗਟ ਫਿਰ ਤੁਸੀਂ ਖਾਲਸੇ ਨਾ ਸਮਝੋ, ਤੁਸੀਂ ਨਖਾਲਸ। ਜ਼ਿਆਦਾ ਹੁਣ ਅਸੀਂ ਇਹ ਮੰਨੀਏ ਵੀ ਅਸੀਂ ਨਖਾਲਸ ਹਾਂ, ਤੇ ਮੰਨਾਂਗੇ ਤਾਂ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ। ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਆਪਣੇ ਆਪੇ ਦੀ ਖੋਜ ਕਰਾਂਗੇ, ਪੜਚੋਲ ਕਰਾਂਗੇ, ਤੇ ਸਾਨੂੰ ਪਤਾ ਲੱਗ ਜਾਏਗਾ ਵੀ ਅਸੀਂ ਨਖਾਲਸ ਹਾਂ ਕਿ ਜਾਂ ਸਾਡਾ ਮਨ ਖਾਲਸ। ਹੁਣ ਜਿਹਦੇ ਅੰਦਰ ਵੈਰ ਵਿਰੋਧ ਈਰਖਾ ਨਫ਼ਰਤ ਭਰੀ ਪਈ ਹੈ, ਜਿਹਦੇ ਅੰਦਰ ਹਉਮੈ ਹੰਕਾਰ ਹੈ, ਦੁਬਦਾ ਹੈ, ਤੇ ਉਹ ਆਖੇ ਵੀ ਮੈਂ ਖਾਲਸਾ, ਤੇ ਮਹਾਰਾਜ ਨੇ ਖਾਲਸਾ ਤਾਂ ਨਹੀਂ ਐਸਾ ਬਣਾਇਆ। ਖਾਲਸਾ ਉਹ ਹੈ ਜਿਹੜਾ ਹਰੀ ਦਾ ਜਨ ਹੈ, ਜਿਹੜਾ ਮਾਲਕ ਨੂੰ ਮਿਲ ਚੁੱਕੇ। ਤਾਈਓ ਉਹ ਖਾਲਸੇ ਨੂੰ ਕਹਿੰਦੇ ਹਰ ਹਰ ਜਨ ਦੋਈ ਏਕ ਹੈ, ਬਹਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜੇ ਤਰੰਗ ਜਿਉਂ ਜਾਲੀ ਵਿਖੇ ਸਮਾਹੀ। ਬਈ ਜਿਵੇਂ ਜਲ ਦੇ ਵਿੱਚੋਂ ਤਰੰਗ ਉੱਠਦੀ ਜਦੋਂ ਫਿਰ ਜਲ 'ਚ ਹੀ ਸਮਾ ਜਾਂਦੀ, ਇਸੇ ਤਰ੍ਹਾਂ ਹੀ ਅਸੀਂ ਪਰਮਾਤਮਾ 'ਚੋਂ ਪ੍ਰਗਟ ਹੋਏ ਹਾਂ। ਜਦੋਂ ਫਿਰ ਅਸੀਂ ਪਰਮਾਤਮਾ ਨੂੰ ਮਿਲ ਲਾਂਗੇ ਤੇ ਅਸੀਂ ਖਾਲਸੇ ਹੋ ਜਾਵਾਂਗੇ। ਹੁਣ ਹੈ ਅਸੀਂ ਸਾਰੇ ਖਾਲਸੇ ਹੀ ਹਾਂ, ਕਿਉਂਕਿ ਸਾਡੇ ਮਨ ਨੇ ਜਿਹੜੇ ਪਰਮਾਤਮਾ ਦੇ ਬੱਚੇ ਨੇ, ਪਰ ਅਸੀਂ ਖਾਲਸ ਰਹੇ ਨਹੀਂ, ਅਸੀਂ ਹੁਣ ਨਖਾਲਸ ਹੋ ਗਏ। ਜਿਵੇਂ ਹੁਣ ਹੈ ਅਸੀਂ ਸਾਰੇ ਸੰਤ ਹੀ ਹਾਂ, ਜਿਵੇਂ ਸਾਰਿਆਂ ਦੇ ਮਨਾਂ ਨੂੰ ਸਾਡਿਆਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ, ਕਿਉਂਕਿ ਅਸੀਂ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਬੱਚੇ ਹਾਂ। ਇਹ ਮਹਾਰਾਜ ਕਹਿੰਦੇ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਂਹ ਕੋ ਕੀਜੇ, ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀਚ। ਹੁਣ ਹੈ ਤਾਂ ਅਸੀਂ ਸਾਰੇ ਸੰਤ ਮਾਲਕ ਦੇ ਬੱਚੇ ਹਾਂ, ਪਰ ਅਸੀਂ ਸੰਤ ਰਹੇ ਨਹੀਂ, ਅਸੀਂ ਅਨਾੜੀ ਸੰਤ ਹੋ ਗਏ। ਵੀ ਜਦੋਂ ਸਾਨੂੰ ਗਿਆਨ ਨਹੀਂ ਰਹਿੰਦਾ, ਸਾਨੂੰ ਸੋਝੀ ਨਹੀਂ ਰਹਿੰਦੀ, ਉਦੋਂ ਕਹਿੰਦੇ ਵੀ ਇਹ ਅਸੰਤ ਨੇ, ਇਹ ਅਨਾੜੀ ਨੇ, ਵੀ ਇਹਨਾਂ ਨੂੰ ਭੇਦ ਨਹੀਂ, ਇਹਨਾਂ ਨੂੰ ਸੋਝੀ ਨਹੀਂ, ਇਹਨਾਂ ਨੂੰ ਗਿਆਨ ਨਹੀਂ। ਹੁਣ ਅਸੀਂ ਇਸੇ ਤਰ੍ਹਾਂ ਹੀ ਅਨਾੜੀ ਸੰਤ ਤੋਂ ਅਸੀਂ ਸੰਤ ਬਣ ਸਕਦੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਨਖਾਲਸ ਹੋ ਗਿਆ ਹੈ, ਇਹ ਨਖਾਲਸੇ ਤੋਂ ਫਿਰ ਖਾਲਸਾ ਬਣ ਸਕਦਾ। ਪਰ ਬਣੇਗਾ ਤਾਂ ਹੀ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਮੰਨਾਂਗੇ, ਸੁਣਾਂਗੇ, ਸੁਣ ਕੇ ਕਮਾਵਾਂਗੇ, ਤੇ ਫਿਰ ਹੀ ਬਣਾਂਗੇ। ਜੇ ਹੁਣ ਅਸੀਂ ਗੁਰੂ ਦੀ ਮੱਤ ਲਵਾਂਗੇ ਨਹੀਂ, ਆਪਦੀ ਮੱਤ ਹੀ ਵਰਤੀ ਜਾਵਾਂਗੇ, ਫਿਰ ਤਾਂ ਅਸੀਂ ਖਾਲਸੇ ਨਹੀਂ ਬਣ ਸਕਦੇ। ਫਿਰ ਸਾਡਾ ਮਨ ਜਿਹੜਾ ਇਹ ਸੰਤ ਨਹੀਂ ਬਣ ਸਕਦਾ। ਹੈ ਬੇਸ਼ੱਕ ਅਸੀਂ ਬੱਚੇ ਹੀ ਹਾਂ ਅਕਾਲ ਪੁਰਖ ਦੇ, ਸਾਰੇ ਪਰਮੇਸ਼ਰ ਦੇ। ਜਦੋਂ ਸਾਨੂੰ ਭੇਜਦੇ ਇੱਧਰ, ਉਦੋਂ ਅਸੀਂ ਸਾਰੇ ਪਿਓਰ ਹੀ ਹੁੰਦੇ। ਜਿਵੇਂ ਹੁਣ ਬੱਚਾ ਸੰਸਾਰ 'ਚ ਆਉਂਦਾ, ਜਦੋਂ ਆਉਂਦਾ ਉਹਨੂੰ ਕੋਈ ਮੈਲ ਨਹੀਂ ਹੁੰਦੀ, ਉਦੋਂ ਖਾਲਸਾ ਹੀ ਹੁੰਦਾ। ਪਰ ਜਿਉਂ ਜਿਉਂ ਇੱਧਰ ਵਿਚਾਰਾਂ ਦੀ, ਤ੍ਰੈ ਗੁਣਾਂ ਦੀ, ਮਾਇਆ ਦੀ ਸਾਡੇ 'ਤੇ ਮੈਲ ਚੜ੍ਹਦੀ ਜਾਂਦੀ, ਫਿਰ ਅਸੀਂ ਖਾਲਸੇ ਨਹੀਂ ਰਹਿੰਦੇ, ਫਿਰ ਅਸੀਂ ਨਖਾਲਸ ਹੋ ਜਾਂਦੇ। ਹੁਣ ਨਖਾਲਸ ਤੋਂ ਕਿਵੇਂ ਅਸੀਂ ਫਿਰ ਖਾਲਸੇ ਬਣਨਾ, ਉਹ ਫਿਰ ਸਾਨੂੰ ਸਾਰਾ ਗੁਰਬਾਣੀ ਗੁਰੂ ਵਿੱਚ ਸਮਝਾਇਆ ਗਿਆ, ਇਹ ਸਾਰਾ ਭੇਦ ਦਿੱਤਾ ਗਿਆ। ਹੁਣ ਇਹ ਭੇਦ ਲੈਣ ਵਾਸਤੇ ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਜਦੋਂ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਆਵਾਂਗੇ, ਫਿਰ ਉੱਥੇ ਸਾਨੂੰ ਬ੍ਰਹਮ ਦਾ ਗਿਆਨ ਦਿੱਤਾ ਜਾਣਾ, ਉੱਥੇ ਫਿਰ ਇਹ ਸਾਨੂੰ ਬ੍ਰਹਮ ਵਿਦਿਆ ਪੜ੍ਹਾਇਆ ਜਾਣਾ, ਸਾਨੂੰ ਸੋਝੀ ਦਿੱਤੀ ਜਾਣੀ। ਹੁਣ ਜਦੋਂ ਅਸੀਂ ਇਹ ਬ੍ਰਹਮ ਦਾ ਗਿਆਨ ਲਵਾਂਗੇ, ਸੋਝੀ ਲਵਾਂਗੇ, ਫਿਰ ਸਾਨੂੰ ਭੇਤ ਆਉਣਾ ਬਈ ਅਸੀਂ ਖਾਲਸੇ ਹਾਂ ਕਿ ਜਾਂ ਅਸੀਂ ਨਖਾਲਸ ਹੋਏ ਹੋਏ। ਜਦ ਤੱਕ ਜੀਵ ਸਤ ਸੰਗਤ ਨਹੀਂ ਕਰਦਾ, ਜਦ ਤੱਕ ਇਹ ਬ੍ਰਹਮ ਦਾ ਗਿਆਨ ਨਹੀਂ ਲੈਂਦਾ, ਉਹਨਾਂ ਸਮਾਂ ਉਹਨੂੰ ਇਹ ਭੇਤ ਨਹੀਂ ਆਉਂਦਾ, ਉਹਨੂੰ ਇਹ ਸੋਝੀ ਨਹੀਂ ਆਉਂਦੀ। ਉਹ ਬੇਸ਼ੱਕ ਬਾਹਰੀ ਪਹਿਰਾਵਾ ਕਿੰਨਾ ਵੀ ਸੋਹਣਾ ਕਰ ਲਵੇ, ਕਿੰਨਾ ਵੀ ਸੰਸਾਰ ਦੇ ਵਿੱਚ ਜੀਵ ਦਾ ਉਹਦਾ ਮਾਣ ਸਤਿਕਾਰ ਹੋ ਜੇ। ਸੰਸਾਰੀ ਜੀਵ ਸਾਨੂੰ ਗੁਰਮੁਖ ਵੀ ਕਹਿਣ, ਸਾਨੂੰ ਖਾਲਸੇ ਵੀ ਕਹਿਣ, ਸਾਨੂੰ ਸੰਤ ਵੀ ਕਹਿਣ,
ਪਰ ਗੁਰਬਾਣੀ ਗੁਰੂ ਵਿੱਚ ਸਾਨੂੰ ਸਮਝਾਉਂਦੇ, ਗੁਰਮੁਖ ਕਹਿ ਕੇ, ਸਾਨੂੰ ਸੰਤ ਕਹਿ ਕੇ ਵੀ ਸੰਬੋਧਨ ਕਰਦੇ, ਗੁਰਮੁਖ ਕਹਿ ਕੇ ਵੀ ਕਰਦੇ, ਖਾਲਸੇ ਕਹਿ ਕੇ ਵੀ ਕਰਦੇ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਨਾਮ ਨੂੰ ਨਹੀਂ ਬੁੱਝੇ ਫਿਰ ਤੁਸੀਂ ਆਪਦੇ ਆਪ ਨੂੰ ਜੀਵਨ ਮੁਕਤ ਨਾ ਸਮਝੋ, ਤੁਸੀਂ ਦੁਬਾਰਾ ਫਿਰ ਵਾਪਸ ਜੂਨਾਂ 'ਚ ਚਲੇ ਜਾਓਗੇ। ਮਹਾਰਾਜ ਕਹਿੰਦੇ ਜਿਨ ਗੁਰਮੁਖ ਨਾਮ ਨਾ ਬੁੱਝੇ ਮਰ ਜਨਮੇ ਆਵੇ ਜਾਏ। ਬਈ ਜਿਨ੍ਹਾਂ ਨੇ ਕਹਿ ਤਾਂ ਗੁਰਮੁਖ ਹੀ ਦਿੱਤਾ, ਕਿਉਂਕਿ ਅਸੀਂ ਸਾਰੇ ਬੱਚੇ ਹਾਂ ਅਕਾਲ ਪੁਰਖ ਦੇ ਪਰਮੇਸ਼ਰ ਦੇ। ਜਿਵੇਂ ਸਾਰਿਆਂ ਨੂੰ ਸੰਤ ਕਹਿ ਦਿੱਤਾ, ਉਹ ਕਹਿੰਦੇ ਜੇ ਤੁਸੀਂ ਨਾਮ ਨੂੰ ਨਹੀਂ ਬੁੱਝਿਆ ਤੁਸੀਂ ਜਨਮ ਮਰਨ ਦੇ ਵਿੱਚ ਤੁਸੀਂ ਵਾਪਸ ਫਿਰ ਜੂਨਾਂ 'ਚ ਚਲੇ ਜਾਓਗੇ। ਕਿਉਂਕਿ ਨਾਮ ਤੋਂ ਬਿਨਾਂ ਅਸੀਂ ਖਾਲਸੇ ਨਹੀਂ ਬਣ ਸਕਦੇ, ਨਾਮ ਤੋਂ ਬਿਨਾਂ ਅਸੀਂ ਸੰਤ ਸਾਧੂ ਨਹੀਂ ਬਣ ਸਕਦੇ, ਅਸੀਂ ਗੁਰਸਿੱਖ ਨਹੀਂ ਬਣ ਸਕਦੇ। ਤਾਂਹੀਓ ਮਹਾਰਾਜ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ, ਬੇਸ਼ੱਕ ਅਸੀਂ ਕਹਿੰਦੇ ਆਪਦੇ ਆਪ ਨੂੰ ਗੁਰਮੁਖ ਹਾਂ ਜਾਂ ਸੰਸਾਰ 'ਚ ਜੀਵ ਸਾਨੂੰ ਗੁਰਮੁਖ ਕਹਿੰਦੇ, ਜੇ ਅਸੀਂ ਉਹ ਸ਼ਬਦ ਗੁਰੂ ਦੀ ਕਦੇ ਸੇਵਾ ਨਹੀਂ ਕੀਤੀ, ਸ਼ਬਦ ਗੁਰੂ ਨੂੰ ਨਹੀਂ ਜਾਣੇ ਆ, ਫਿਰ ਮਹਾਰਾਜ ਕਹਿੰਦੇ ਵੀ ਇਹਨਾਂ ਨੇ ਜੀਵਨ ਤਾਂ ਆਪਦਾ ਸਾਰਾ ਵਿਅਰਥ ਹੀ ਖਰਾਬ ਕਰ ਲਿਆ, ਇਹਨਾਂ ਨੇ ਜੀਵਨ ਦਾ ਲਾਹਾ ਤਾਂ ਖੱਟਿਆ ਹੀ ਕੋਈ ਨਾ। ਮਹਾਰਾਜ ਕਹਿੰਦੇ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਗ ਮੇ ਕਾਹੇ ਆਇਆ। ਗੁਰ ਕੀ ਸੇਵਾ ਕਦੇ ਨਾ ਕੀਨੀ ਵਿਅਰਥਾ ਜਨਮ ਗਵਾਇਆ। ਵੀ ਇਹਨਾਂ ਨੇ ਤਾਂ ਆਪਦਾ ਜਨਮ ਹੀ ਸਾਰਾ ਵਿਅਰਥ ਗਵਾ ਲਿਆ ਸ਼ਬਦ ਗੁਰੂ ਤੋਂ ਬਿਨਾਂ, ਨਾਮ ਤੋਂ ਬਿਨਾਂ। ਕਿਉਂਕਿ ਨਾਮ ਦੇ ਨਾਲ ਜੁੜ ਕੇ ਹੀ ਸਾਡੇ ਮਨ ਨੇ ਨਿਰਮਲ ਹੋਣਾ। ਜਿਹੜਾ ਮਨ ਨਿਰਮਲ ਹੈ, ਨਿਰਮਲ ਮਨ ਹੀ ਖਾਲਸਾ ਹੋ ਸਕਦਾ। ਇਉਂ ਮਹਾਰਾਜ ਸਾਨੂੰ ਸਮਝਾਉਂਦੇ ਵੀ ਨਾਮ ਹੈ ਜਿਹੜਾ ਇਹ ਨਿਰਮਲ, ਨਾਮ ਨਿਰੰਜਨ ਕਹਿੰਦੇ, ਮਾਇਆ ਤੋਂ ਰਹਿਤ। ਜਦੋਂ ਅਸੀਂ ਸੁਣਾਂਗੇ ਫਿਰ ਸਾਡਾ ਮਨ ਸੁਖੀ ਹੋਏਗਾ ਅਤੇ ਸੁਣ ਕੇ ਅਸੀਂ ਮਨ 'ਚ ਵਸਾਵਾਂਗੇ। ਅਤੇ ਜਦੋਂ ਨਾਮ 'ਚ ਸਮਾ ਜਾਵਾਂਗੇ ਅਤੇ ਅਸੀਂ ਖਾਲਸੇ ਹੋ ਜਾਵਾਂਗੇ। ਮਹਾਰਾਜ ਇਸ ਲਈ ਫਰਮਾਉਂਦੇ ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ। ਸੁਣ ਮਨ ਵਸਾਈਏ ਬੂਝੇ ਜਨ ਕੋਈ। ਬਈ ਸੁਣ ਕੇ ਅਸੀਂ ਮਨ ਦੇ ਵਿੱਚ ਨਾਮ ਨੂੰ ਵਸਾਉਣਾ, ਸੁਣ ਕੇ ਅਸੀਂ ਸੇਵਾ ਕਰਨੀ ਸ਼ਬਦ ਗੁਰੂ ਦੀ। ਤਾਂਹੀਓ ਸਾਨੂੰ ਕਹਿੰਦੇ ਵੀ ਤੁਸੀਂ ਸ਼ਬਦ ਗੁਰੂ ਦੇ ਨਾਲ ਜੁੜੋ। ਜਿਵੇਂ ਆਪਾਂ ਕਹਿੰਦੇ ਵੀ ਖਾਲਸਾ, ਜਿਹੜਾ ਖਾਲਸਾ ਉਹ ਪੁਜਾਰੀ ਹੈ ਸ਼ਬਦ ਗੁਰੂ ਦਾ, ਉਹ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਦਾ। ਅਤੇ ਤਾਂਹੀਓ ਆਪਾਂ ਕਹਿੰਦੇ ਵੀ ਅਸੀਂ ਪੁਜਾਰੀ ਸ਼ਬਦ ਗੁਰੂ ਦੇ। ਉਹ ਕਿਹੜਾ ਸ਼ਬਦ ਗੁਰੂ ਹੈ ਜਿਹਦੇ ਅਸੀਂ ਪੁਜਾਰੀ ਬਣਨਾ? ਉਹ ਸ਼ਬਦ ਗੁਰੂ ਕਿੱਥੇ ਹੈ? ਉਹ ਸ਼ਬਦ ਗੁਰੂ ਦੀ ਸੇਵਾ ਕਿਵੇਂ ਹੁੰਦੀ ਹੈ? ਜੇ ਹੁਣ ਅਸੀਂ ਉਹ ਸ਼ਬਦ ਗੁਰੂ ਦਾ ਸਾਨੂੰ ਭੇਦ ਹੀ ਨਹੀਂ, ਅਤੇ ਫਿਰ ਤਾਂ ਅਸੀਂ ਗੱਲਾਂ ਬਾਤਾਂ ਨਾਲ ਉੱਦਾਂ ਹੀ ਕਹਿੰਦੇ ਹਾਂ ਵੀ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਹਾਂ ਜੀ। ਹੁਣ ਉਹ ਸ਼ਬਦ ਗੁਰੂ ਕਿੱਥੇ ਹੈ? ਉਹੀਓ ਭੇਦ ਸਾਨੂੰ ਗੁਰਬਾਣੀ ਗੁਰੂ ਦੇ ਰਹੇ ਵੀ ਉਹ ਸ਼ਬਦ ਗੁਰੂ ਅਗੰਮ ਦੇ ਵਿੱਚ। ਉਹ ਸ਼ਬਦ ਗੁਰੂ ਉੱਥੇ ਹੈ ਜਿੱਥੇ ਭਾਸ਼ਾ ਖਤਮ ਹੋ ਜਾਂਦੀ, ਜਿੱਥੇ ਪੌਣ ਪਾਣੀ ਵਸਾਂਤਰ ਖਤਮ ਹੋ ਜਾਂਦੇ, ਉਸ ਤੋਂ ਅੱਗੇ ਉਹ ਸ਼ਬਦ ਗੁਰੂ ਸ਼ੁਰੂ ਹੁੰਦਾ, ਨਾਮ ਸ਼ੁਰੂ ਹੁੰਦਾ। ਮਹਾਰਾਜ ਫਰਮਾਉਂਦੇ ਪੌਣ ਪਾਣੀ ਅਗਨੀ ਵਿਸਰਾਓ ਤਹੀਂ ਨਿਰੰਜਨ ਸਾਚਾ ਨਾਉ। ਬਈ ਜਿੱਥੇ ਭਾਸ਼ਾ ਖਤਮ ਹੋ ਜਾਏਗੀ ਜਿਹੜੀ ਅਸੀਂ ਸੰਸਾਰ ਦੀ ਬੋਲਦੇ ਹਾਂ, ਜਿੱਥੇ ਪੌਣ ਪਾਣੀ ਵਸਾਂਤਰ ਖਤਮ ਹੋ ਜਾਣਗੇ, ਉਸ ਤੋਂ ਅੱਗੇ ਨਾਮ ਨੇ ਸ਼ੁਰੂ ਹੋਣਾ, ਉਹ ਸ਼ਬਦ ਗੁਰੂ ਨੇ ਸ਼ੁਰੂ ਹੋਣਾ। ਹੁਣ ਉਸੇ ਸ਼ਬਦ ਗੁਰੂ ਪਰਥਾਈ ਕਹਿੰਦੇ ਵੀ ਜੇ ਅਸੀਂ ਉਹਨੂੰ ਪ੍ਰਾਣਾਂ 'ਚ ਵਸਾ ਲਾਂਗੇ, ਹਿਰਦੇ 'ਚ ਵਸਾ ਲਾਂਗੇ, ਅਸੀਂ ਦੁਬਾਰਾ ਵਾਪਸ ਜੂਨਾਂ 'ਚ ਨਹੀਂ ਆਵਾਂਗੇ। ਮਹਾਰਾਜ ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬੌੜ ਜਨਮ ਨਾ ਆਵਾਂ। ਬਈ ਮੈਂ ਮੁੜ ਕੇ ਦੁਬਾਰਾ ਨਾ ਆਵਾਂ, ਕਿਉਂਕਿ ਉਹ ਸ਼ਬਦ ਸਾਡੇ ਹਿਰਦੇ 'ਚ ਵਸ ਗਿਆ। ਹੁਣ ਉਹ ਸ਼ਬਦ ਤੱਕ ਪਹੁੰਚਣ ਵਾਸਤੇ, ਨਾਮ ਤੱਕ ਪਹੁੰਚਣ ਵਾਸਤੇ ਆਪਾਂ ਸਿਮਰਨ ਕਰਦੇ। ਇਹ ਸਿਮਰਨ ਇਸੇ ਵਾਸਤੇ ਕੀਤਾ ਜਾਂਦਾ ਵੀ ਤਾਂ ਕਿ ਅਸੀਂ ਉਹ ਸ਼ਬਦ ਗੁਰੂ ਦੇ ਨਾਲ ਜੁੜ ਜਾਈਏ।
ਨਾਮ ਦੇ ਨਾਲ ਜੁੜ ਜਾਈਏ ਅਤੇ ਸਾਡੀ ਆਪਣੀ ਮੱਤ ਖਤਮ ਹੋ ਜੇ, ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆ ਜੇ। ਇਸ ਵਾਸਤੇ ਹੀ ਆਪਾਂ ਸਿਮਰਨ ਕਰਦੇ। ਜਿਉਂ ਜਿਉਂ ਹੁਣ ਅਸੀਂ ਇਹ ਸਿਮਰਨ ਕਰਾਂਗੇ ਅਤੇ ਉਹਦੇ ਸਾਡੀ ਮੱਤ ਖਤਮ ਹੋਏਗੀ, ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆਏਗੀ। ਆਓ ਹੁਣ ਆਪਦੀ ਮੱਤ ਖਤਮ ਕਰਨ ਵਾਸਤੇ ਹੀ ਸਤਿਗੁਰੂ ਆਪਾਂ ਨੂੰ ਇਹ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿ 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 ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਿਉਂ-ਜਿਉਂ ਹੀ ਆਪਾਂ ਅਭਿਆਸ ਕਰਦੇ ਹਾਂ, ਜਿਹੜੇ ਸਾਡੇ ਮਨ ਦੇ ਉੱਤੇ ਮੈਲ ਲੱਗੀ ਵਿਚਾਰਾਂ ਦੀ, ਸਹਿੰਸੇ ਫਿਕਰਾਂ ਦੀ, ਚਿੰਤਾਵਾਂ ਦੀ, ਇਹ ਮੈਲ ਲੱਥਦੀ। ਜਿਹੜੀ ਸਾਡੀ ਆਪਣੀ ਮੱਤ, ਇਹ ਸਾਡੀ ਆਪਣੀ ਮੱਤ ਖਤਮ ਹੁੰਦੀ। ਫਿਰ ਜਦੋਂ ਸਾਡੀ ਮੱਤ ਖਤਮ ਹੋਏਗੀ, ਅਸੀਂ ਇਹਨੂੰ ਛੱਡ ਦਾਂਗੇ, ਸਾਨੂੰ ਫਿਰ ਗੁਰੂ ਅਤੇ ਸਤਿਗੁਰ ਦੀ ਮੱਤ ਆਏਗੀ। ਜਿਹਨੂੰ ਸਤਿਗੁਰ ਦੀ ਮੱਤ ਆ ਗਈ, ਫਿਰ ਉਹ ਸਤਿਗੁਰ 'ਚ ਹੀ ਲੀਨ ਹੋ ਜਾਂਦਾ ਹੈ। ਸਤਿਗੁਰ ਕੀ ਜਿਸ ਨੂੰ ਮੱਤ ਆਵੇ, ਸੋ ਸਤਿਗੁਰ ਮਾਹੀ ਸਮਾਨਾ। ਵੀ ਉਹ ਫਿਰ ਸਤਿਗੁਰ 'ਚ ਹੀ ਸਮਾ ਜਾਂਦਾ, ਉਹਦਾ ਹੀ ਰੂਪ ਹੋ ਜਾਂਦਾ ਮਾਲਕ ਸੀ। ਫਿਰ ਉਦੋਂ ਕਹਿੰਦੇ ਬਈ ਇਹ ਖਾਲਸਾ ਹੈ, ਜਿਹੜਾ ਮਾਲਕ ਦਾ ਰੂਪ ਹੈ ਉਹ ਖਾਲਸਾ ਹੈ। ਇਹ ਮਾਲਕ ਦਾ ਰੂਪ ਸਾਡੇ ਮਰਨੇ ਹੋਣ, ਕਿਉਂਕਿ ਅਸੀਂ ਸਾਰੇ ਬੱਚੇ ਹਾਂ ਅਕਾਲ ਪੁਰਖ ਦੇ, ਜੋਤ ਸਰੂਪ, ਪ੍ਰਕਾਸ਼ ਰੂਪ ਹਾਂ। ਹੌੜੇ ਮਾਰਨ ਸੀ ਜਿਹੜਾ ਇਹ ਕਾਲਾ ਹੋ ਗਿਆ, ਇਹਦੇ 'ਤੇ ਮੈਲ ਜਦੋਂ ਚੜ੍ਹ ਜਾਂਦੀ। ਜਦੋਂ ਅਸੀਂ ਗੁਰੂ ਦੀ ਮੱਤ ਲਵਾਂਗੇ, ਗਿਆਨ ਦੁਆਰਾ ਮਨ ਨੂੰ ਮਾਂਜਾਂਗੇ, ਫਿਰ ਇਹ ਮੈਲਾ ਨਹੀਂ ਹੋਏਗਾ, ਫਿਰ ਇਹ ਉਜਲ ਹੀ ਰਹੇਗਾ। ਤਾਈਓ ਮਹਾਰਾਜ ਫਰਮਾਉਂਦੇ, ਗਿਆਨ ਰਤਨ ਮਨ ਮਾਂਜੀਏ, ਬਾਹਰ ਨਾ ਮੈਲਾ ਹੋਈ। ਔਰ ਇਸ ਵਾਸਤੇ ਅਸੀਂ ਮਨ ਨੂੰ ਮਾਂਜਣ ਲਈ ਇਹ ਗਿਆਨ ਰਤਨ ਲੈਣਾ, ਤਾਂ ਕਿ ਸਾਡਾ ਮਨ ਮੈਲਾ ਨਾ ਹੋਵੇ, ਇਹਨੂੰ ਮਾਂਜੀ ਜਾਈਏ। ਇਹਦੇ ਵਾਸਤੇ ਵੱਧ ਤੋਂ ਵੱਧ ਅਸੀਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਆਪਾਂ ਇਹ ਗਿਆਨ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ, ਵੀ ਆਪਾਂ ਵੀ ਇਹ ਗਿਆਨ ਨੂੰ ਕਮਾ ਕੇ, ਗਿਆਨ ਰਤਨ ਲੈ ਕੇ ਮਨ ਨੂੰ ਮਾਂਜੀਏ, ਤਾਂ ਕਿ ਆਪਣਾ ਮਨ ਵੀ ਜਿਹੜਾ ਨਖਾਲਸ ਹੋ ਗਿਆ ਉਹ ਖਾਲਸ ਹੋ ਜੀ। ਜਿਹੜਾ ਇਹ ਅਨਾੜੀ ਸੰਤ ਬਣ ਗਏ, ਸੰਤ ਬਣ ਜੀ, ਇਹ ਹੋ ਸਕਦਾ। ਮਹਾਰਾਜ ਕਹਿੰਦੇ ਬਈ ਇਹ ਮਨ ਨਖਾਲਸ ਤੋਂ ਖਾਲਸਾ ਹੋ ਸਕਦਾ ਹੋਵੇਗਾ ਤਾਂ ਹੀ ਜੇ ਅਸੀਂ ਗੁਰੂ ਦੇ ਦੱਸੇ ਮੁਤਾਬਕ ਚੱਲਾਂਗੇ। ਇਸ ਵਾਸਤੇ ਫਿਰ ਆਪਾਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਚੱਲਣਾ ਹੁੰਦਾ। ਸੋ ਕੱਲ੍ਹ ਨੂੰ ਸ਼ਨੀਵਾਰ ਹੈ, ਹਰੇਕ ਸ਼ਨੀਵਾਰ ਜੋ ਆਪਾਂ ਉਦਮ ਕਰਦੇ ਹਾਂ, ਗੁਰਦੁਆਰਾ ਪ੍ਰਮਿਲਨੀ ਕਾ ਚੌਕ ਮੋਗਾ ਜੋ ਸਮਾਗਮ ਹੁੰਦਾ ਹੈ,
ਗੁਰਮੁਖ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਸਾਰਾ ਭੇਜ ਦਿੰਦੀ। ਸੋ ਕੱਲ੍ਹ ਨੂੰ ਸਮੇਂ ਸਿਰ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ, ਤਾਂ ਕਿ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਆਪਦੇ ਜੀਵਨ ਦਾ ਲਾਹਾ ਕੱਢ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ